ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਦੋਸਤੋ, ਜਿਸ ਦੌਰ ਵਿੱਚੋਂ ਇਹਨਾਂ ਦਿਨਾਂ ਵਿੱਚ ਅਸੀਂ ਗੁਜ਼ਰ ਰਹੇ ਹਾਂ, ਇਹ ਕਰੋਨਾ ਦਾ ਸੰਕਟ ਹੈ। ਪਰ ਇਹ ਸੰਕਟ ਨੂੰ ਸਾਡੇ ਰੰਗ ਕਰਮੀਆਂ ਨੇ, ਸਾਡੇ ਥੀਏਟਰ ਆਰਟਿਸਟਾਂ ਨੇ ਸੰਕਟ ਨਹੀਂ ਰਹਿਣ ਦਿੱਤਾ। ਇਸ ਸੰਕਟ ਦੇ ਵਿੱਚ ਵੀ ਆਵਾਮ ਨਾਲ, ਲੋਕਾਂ ਨਾਲ ਸਾਡੇ ਜਿਹੜੇ ਰੰਗ ਕਰਮੀ ਆ ਜੁੜੇ ਹੋਏ ਨੇ। ਸੋ ਇਹ ਵੀ ਮੰਚ ਵੱਲੋਂ ਬਹੁਤ ਹੀ ਖੂਬਸੂਰਤ ਉਪਰਾਲਾ ਕੀਤਾ ਗਿਆ। ਪਿਛਲੇ 11 ਦਿਨਾਂ ਤੋਂ ਤੁਸੀਂ ਇੱਕ ਸਾਡੇ ਪੰਜਾਬੀ ਜਾਂ ਅੰਤਰਰਾਸ਼ਟਰੀ ਰੰਗ ਕਰਮੀਆਂ ਨਾਲ ਵੀ ਸਾਡਾ ਸੰਵਾਦ ਚੱਲ ਰਿਹਾ। ਹਰ ਰੋਜ਼ ਅਸੀਂ ਕਿਸੇ ਇੱਕ ਵੱਡੀ ਹਸਤੀ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਔਰ ਉਸ ਤੋਂ ਬਾਅਦ ਨੌਜਵਾਨ ਰੰਗ ਕਰਮੀ ਜਿਹੜੇ ਇਸ ਪੰਜਾਬ ਦੇ ਵਿੱਚ ਰੰਗਮੰਚ ਕਰ ਰਹੇ ਨੇ, ਉਹਨਾਂ ਦੀ ਇੱਕ ਪੇਸ਼ਕਾਰੀ ਤੁਹਾਡੇ ਸਾਹਮਣੇ ਕੀਤੀ ਜਾਂਦੀ ਹੈ। ਅੱਜ ਬੇਸ਼ੱਕ ਇਹ ਰੰਗਮੰਚ ਹੈ ਜਿਹੜਾ ਸਾਡਾ, ਉਹ ਇੱਕ ਜ਼ਿੰਦਾ ਕਲਾ, ਇੱਕ ਲਾਈਵ ਪਰਫਾਰਮੈਂਸ ਹੈ। ਪਰ ਹੁਣ ਸਾਡੇ ਕੋਲੇ ਜਦੋਂ ਕੋਈ ਬਦਲ ਨਹੀਂ ਬਚਿਆ, ਕੋਈ ਹੋਰ ਰਾਹ ਨਹੀਂ ਬਚਿਆ, ਤਾਂ ਸਾਨੂੰ ਇਹ ਤਕਨੀਕ ਦਾ ਸਹਾਰਾ ਵੀ ਲੈਣਾ ਪਿਆ। ਕਿਉਂਕਿ ਰੰਗਮੰਚ ਦਾ ਇਤਿਹਾਸ ਆ, ਇਹ ਹਮੇਸ਼ਾ ਹੀ ਪ੍ਰਤੀਕੂਲ ਸਥਿਤੀਆਂ ਦੇ ਵਿੱਚ ਵੀ ਵੱਧਦਾ ਰਿਹਾ, ਵਿਕਸਦਾ ਰਿਹਾ, ਔਰ ਇਸੇ ਵਿਕਸਣ ਦੀ ਜਿਹੜੀ ਕਲਾ, ਇਸੇ ਨੇ ਜਿਹੜੀ ਰੰਗਮੰਚ ਨੂੰ ਅੱਗੇ ਲੈ ਕੇ ਜਾ ਰਹੀ ਹੈ। ਇਤਿਹਾਸਕ ਦੌਰ ਦੇ ਵਿੱਚ ਭਾਵੇਂ ਬਹੁਤ ਸਾਰੇ ਸਮੇਂ ਜਿਹੇ ਆਏ ਜਦੋਂ ਕਿ ਰੰਗਮੰਚ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪਿਆ, ਤਾਂ ਇਹ ਵੀ ਅਸੀਂ ਇੱਕ ਸਮੱਸਿਆ ਸਮਝਦੇ ਹਾਂ। ਜਦੋਂ ਵੀ ਭਵਿੱਖ ਦੇ ਵਿੱਚ ਰੰਗਮੰਚ ਦਾ ਇਤਿਹਾਸ ਲਿਖਿਆ ਜਾਊਗਾ, ਉਦੋਂ ਇਹ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਨੇ, ਇਹ ਸੁਨਹਿਰੇ ਅੱਖਰਾਂ ਦੇ ਵਿੱਚ ਲਿਖੀਆਂ ਜਾਣਗੀਆਂ। ਸੋ ਅੱਜ ਦੋਸਤੋ, 12ਵੇਂ ਦਿਨ ਆਪਾਂ ਵੀ ਮੰਚ ਵੱਲੋਂ ਜਿਹੜਾ ਬਹੁਤ ਖੂਬਸੂਰਤ ਉਪਰਾਲਾ ਕੀਤਾ ਗਿਆ, ਆਨਲਾਈਨ ਨੈਸ਼ਨਲ ਥੀਏਟਰ ਫੈਸਟੀਵਲ ਜਿਹੜਾ ਕਰਵਾਇਆ ਜਾ ਰਿਹਾ। ਨੈਸ਼ਨਲ ਮੈਂ ਇਸ ਕਰਕੇ ਕਹਿ ਰਿਹਾ ਕਿ ਸਾਡੇ ਕੋਲੇ ਹੁਣ ਅੰਤਰਰਾਸ਼ਟਰੀ ਪੱਧਰ ਦੀਆਂ ਸ਼ਖਸੀਅਤਾਂ ਵੀ ਜੁੜਦੀਆਂ ਨੇ। ਕੱਲ ਪਾਕਿਸਤਾਨ ਤੋਂ ਕੈਸਰ ਜੀ ਜੁੜੇ, ਬੜੀਆਂ ਖੂਬਸੂਰਤ ਗੱਲਾਂ ਹੋਈਆਂ। ਸੋ ਇਸ ਆਨਲਾਈਨ ਤਕਨੀਕ ਦੇ ਦੌਰ ਦੇ ਵਿੱਚ ਬਹੁਤ ਕੁਝ ਪੰਜਾਬ ਦੇ ਵਿੱਚ ਖੂਬਸੂਰਤ ਵਾਪਰਿਆ। ਜਿੱਥੇ ਇਹ ਸਾਡੇ ਵੀ ਮੰਚ ਵੱਲੋਂ ਗੁਰਵਿੰਦਰ ਹੋਣਾ ਨੇ, ਜਲੰਧਰ ਤੋਂ ਸਾਡੇ ਬਹੁਤ ਹੀ ਨੌਜਵਾਨ ਜ਼ਹੀਨ ਰੰਗ ਕਰਮੀ ਨੇ, ਉਹ ਅਜਿਹਾ ਉਪਰਾਲਾ ਲੈ ਕੇ ਆਏ। ਉੱਥੇ ਹੀ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਕੇਵਲ ਧਾਲੀਵਾਲ ਹੋਣੀ ਵੀ ਜ਼ੂਮ ਐਪ ਰਾਹੀਂ ਹਰ ਰੋਜ਼ ਇੱਕ ਪਰਸਨੈਲਿਟੀ ਨਾਲ ਰੂਬਰੂ ਕਰਵਾ ਰਹੇ ਆ। ਚੰਡੀਗੜ੍ਹ ਤੋਂ ਡਾਕਟਰ ਪਾਲੀ ਭੁਪਿੰਦਰ ਸਿੰਘ ਹੋਰੀ ਆਪਣੇ 15 ਜਿਹੜੇ ਆ ਉਹਨਾਂ ਨੇ ਐਪੀਸੋਡ ਕਰ ਲਏ, ਐਕਟਿੰਗ ਤੇ ਕਲਾਸਾਂ ਲਗਾ ਰਹੇ ਨੇ। ਹੋਰ ਬਹੁਤ ਸਾਰੇ ਰੰਗ ਕਰਮੀ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਨਾਲ ਜੁੜ ਰਹੇ ਨੇ ਇਸ ਤਕਨੀਕ ਦੇ ਮਾਧਿਅਮ ਰਾਹੀਂ। ਦੋਸਤੋ, ਅੱਜ ਆਪਾਂ ਹੁਣ ਜਿਹੜੀ ਤੁਹਾਡੇ ਨਾਲ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਸੁਨਹਿਰੀ ਬੋਲ ਨੇ, ਜਿਹੜੇ ਖੂਬਸੂਰਤ ਕੁਝ ਅਲਫਾਜ਼ ਆਸ਼ੀਰਵਾਦ ਵਜੋਂ ਸਾਡੇ ਨਾਲ ਸਾਂਝੇ ਕਰਨਗੇ, ਉਹਨਾਂ ਦਾ ਨਾਮ ਹੈਗਾ ਪਦਮ ਸ਼੍ਰੀ ਮੈਡਮ ਡਾਕਟਰ ਨੀਲਮ ਸਿੰਘ ਚੌਧਰੀ। ਮੈਡਮ ਨੀਲਮ ਸਿੰਘ ਚੌਧਰੀ ਰੰਗਮੰਚ ਦੀ ਇੱਕ ਮਹਾਰਥੀ ਹੈ। ਔਰ ਜੇ ਮੈਂ ਉਹਨਾਂ ਦੇ ਥੋੜ੍ਹਾ ਜਿਹਾ 2 ਮਿੰਟ ਦੇ ਵਿੱਚ ਉਹਨਾਂ ਬਾਰੇ ਦੱਸਾਂ, ਅੰਮ੍ਰਿਤਸਰ ਤੋਂ ਪੈਦਾ ਹੋਏ। ਉਸ ਤੋਂ ਬਾਅਦ ਉਹਨਾਂ ਨੇ MA ਹਿਸਟਰੀ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲੇ ਗਏ। ਉੱਥੇ ਉਹਨਾਂ ਨੇ ਇੱਕ ਪੇਸ਼ਕਾਰੀ ਵੇਖੀ ਨਾਟਕ ਦੀ, ਔਰ ਉਸ ਪੇਸ਼ਕਾਰੀ ਨੂੰ ਵੇਖ ਕੇ ਉਹਨਾਂ ਦੇ ਮਨ 'ਤੇ ਐਸਾ ਗਹਿਰਾ ਪ੍ਰਭਾਵ ਪਿਆ ਕਿ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਅੱਜ ਤੋਂ ਬਾਅਦ ਰੰਗਮੰਚ ਨੂੰ ਹੀ ਸਮਰਪਿਤ ਹੋਣਗੇ। 1975 ਦੇ ਵਿੱਚ, 1975 ਦੇ ਵਿੱਚ ਮੈਡਮ ਨੀਲਮ ਸਿੰਘ ਚੌਧਰੀ ਸਾਡੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਵਕਾਰੀ ਸੰਸਥਾ ਨੈਸ਼ਨਲ ਸਕੂਲ ਆਫ ਡਰਾਮਾ, ਉੱਥੇ ਉਹਨਾਂ ਨੇ ਜੁਆਇਨ ਕੀਤਾ। ਉਹ 3 ਸਾਲ ਦਾ ਇੱਕ ਕੋਰਸ ਹੁੰਦਾ, ਜਿੱਥੇ ਬਹੁਤ ਸਾਰੇ ਸਾਡੇ ਦਿੱਗਜ ਰੰਗਮੰਚ ਤੇ ਫਿਲਮਾਂ ਦੀਆਂ ਹਸਤੀਆਂ ਉਸ ਸਕੂਲ ਦੇ ਪਾਸ ਆਊਟ ਨੇ। ਸੋ 3 ਸਾਲ ਦਾ ਉਹਨਾਂ ਨੇ ਉੱਥੇ ਐਕਟਿੰਗ ਦੇ ਵਿੱਚ ਸਪੈਸ਼ਲਾਈਜੇਸ਼ਨ ਕੀਤੀ। ਐਕਟਿੰਗ ਦੇ ਖੇਤਰ ਦੇ ਵਿੱਚ 3 ਸਾਲ ਦਾ ਜਿਹੜਾ ਉੱਥੇ ਉਹਨਾਂ ਨੇ ਡਿਪਲੋਮਾ ਕੀਤਾ। ਉਸ ਤੋਂ ਬਾਅਦ ਉਹ ਸਾਡੇ ਕੋਲੇ ਵਾਪਸ ਚੰਡੀਗੜ੍ਹ ਆ ਜਾਂਦੇ ਨੇ, ਔਰ ਚੰਡੀਗੜ੍ਹ ਆ ਕੇ ਇਹਨਾਂ ਨੂੰ 1983 ਦੇ ਵਿੱਚ ਆਉਂਦੇ ਨੇ, ਫਿਰ ਐਕਟਿਵ ਹੁੰਦੇ ਨੇ। ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੇ ਪੰਜਾਬੀ ਦੇ ਵੱਡੇ ਨਾਟਕਕਾਰ ਬਲਵੰਤ ਗਾਰਗੀ ਹੋਰਾਂ ਨੇ ਇੰਡੀਅਨ ਥੀਏਟਰ ਡਿਪਾਰਟਮੈਂਟ ਸਥਾਪਿਤ ਕੀਤਾ ਹੋਇਆ, ਜੋ ਕਿ ਵਿਦਿਆਰਥੀਆਂ ਨੂੰ ਨਾਟਕ ਕਲਾ ਤੋਂ ਉਹਦੀ ਇੱਕ ਪੋਸਟ ਗ੍ਰੈਜੂਏਸ਼ਨ ਦਾ ਕੋਰਸ ਕਰਵਾਉਂਦਾ ਹੈ। ਤਾਂ ਉਸ ਮਾਣਮੱਤੀ ਸੰਸਥਾ ਦੇ ਵਿੱਚ ਮੈਡਮ ਨੀਲਮ ਸਿੰਘ ਚੌਧਰੀ ਜੁਆਇਨ ਕਰਦੇ ਨੇ, ਬਤੌਰ ਪ੍ਰੋਫੈਸਰ ਉੱਥੇ ਕੰਮ ਕਰਦੇ ਨੇ। ਔਰ ਉਹਨਾਂ ਦੇ ਜਿਹੜੇ ਕੁਝ ਪ੍ਰਸਿੱਧ ਨਾਟਕ ਹੋਏ ਨੇ, ਯਰਮਾ, ਜੇ ਮੈਂ ਹੋਰ ਬਹੁਤ ਹੀ ਇੱਕ ਪ੍ਰਸਿੱਧ ਨਾਟਕ ਸੀ ਉਹਨਾਂ ਦਾ ਨਾਗ ਮੰਡਲ। ਨਾਗ ਮੰਡਲ ਹਿੰਦੁਸਤਾਨ ਦੇ ਇੱਕ ਵੱਡੇ ਨਾਟਕਕਾਰ ਗਰਨੀਸ਼ ਕਰਨਾੜ ਨੇ ਲਿਖਿਆ ਸੀ, ਔਰ ਜਿਸ ਦਾ ਪੰਜਾਬੀ ਰੂਪਾਂਤਰਨ ਪਦਮ ਸ਼੍ਰੀ ਸਰਜੀਤ ਪਾਤਰ ਹੋਣਾ ਨੇ, ਸਾਡੇ ਪੰਜਾਬੀ ਦੇ ਵੱਡੇ ਕਵੀ, ਉਹਨਾਂ ਨੇ ਕੀਤਾ।
ਔਰ ਉਸ ਦਾ ਪੰਜਾਬੀ ਰੂਪਾਂਤਰਨ ਆ ਜਿਹੜਾ ਫਿਰ ਉਸ ਨਾਟਕ ਨੂੰ ਮੈਡਮ ਨੀਲਮ ਮਾਨ ਸਿੰਘ ਚੌਧਰੀ ਨੇ ਨਾਗ ਮੰਡਲ ਖੇਡਿਆ। ਅੱਜ ਵੀ ਕਾਲਜਾਂ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਉਹ ਨਾਟਕ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਾਡੇ ਨਵੇਂ ਨਿਰਦੇਸ਼ਕ ਨੌਜਵਾਨ ਨਿਰਦੇਸ਼ਕ ਖੇਡਦੇ ਨੇ। ਇਸ ਤੋਂ ਇਲਾਵਾ ਸਰਜੀਤ ਪਾਤਰ ਹੋਣਾ ਨੇ ਇੱਕ ਰੂਪਾਂਤਰਿਤ ਨਾਟਕ ਸੀ ਕਿਚਨ ਕਥਾ ਔਰ ਫੈਦਰਾ, ਨੇਕਡ ਵॉइस, ਗੁੰਮ ਹੈ, ਇਸ ਤਰ੍ਹਾਂ ਦੇ ਅਨੇਕਾਂ ਨਾਟਕ ਨੇ ਜਿਹੜੇ ਨੀਲਮ ਮਾਨ ਸਿੰਘ ਚੌਧਰੀ ਮੈਮ ਨੇ ਕੀਤੇ। ਜਿੱਥੋਂ ਤੱਕ ਇਹਨਾਂ ਦੇ ਰੰਗਮੰਚ ਦੀ ਤਾਕਤ ਦੀ ਗੱਲ ਕਰੀਏ, ਉਹਨਾਂ ਨੇ ਸਾਰੇ ਨਾਟਕ ਹੀ ਪੰਜਾਬੀ ਦੇ ਵਿੱਚ ਕੀਤੇ, ਪਰ ਇਹਨਾਂ ਦੇ ਨਾਟਕ ਦਾ ਜਿਹੜਾ ਸਟਰਕਚਰ ਸੀ, ਜਿਹੜੀ ਬਣਤਰ ਸੀ, ਉਸ ਵਿਸ਼ਵ ਪੱਧਰ ਦੀ ਸੀ। ਉਹ ਵੈਸਟ ਤੋਂ ਉਹਨਾਂ ਨੇ ਜਿਹੜੀ ਬਣਤਰ ਲਈ ਉਹਨੂੰ ਸਾਡੇ ਪੰਜਾਬੀ ਕਲਚਰ ਦੇ ਵਿੱਚ ਢਾਲਿਆ, ਪੰਜਾਬੀ ਜ਼ਬਾਨ ਦੇ ਵਿੱਚ ਨਾਟਕ ਕੀਤੇ। ਮਤਲਬ ਨਿੱਕੀਆਂ ਨਿੱਕੀਆਂ ਵਸਤੂਆਂ, ਨਿੱਕੀਆਂ ਨਿੱਕੀਆਂ ਚੀਜ਼ਾਂ, ਚੌਲ, ਗੁੱਡੀਆਂ, ਸੋਟੀ, ਇਹਨਾਂ ਨੂੰ ਉਹਨੇ ਅਜਿਹੇ ਥੀਏਟਰੀਕਲ ਐਲੀਮੈਂਟ ਦੇ ਰੂਪ ਵਿੱਚ ਅਜਿਹੀ ਰੰਗਮੰਚੀ ਭਾਸ਼ਾ ਦੇ ਵਿੱਚ ਗੁੰਨ ਕੇ ਪਰੁੰਨ ਕੇ ਪੇਸ਼ ਕੀਤਾ ਕਿ ਇੱਕ ਵੱਖਰੀ ਇੱਕ ਨਵੀਂ ਭਾਸ਼ਾ ਦੀ ਜਿਹੜੀ ਟੈਕਸਟ ਆ ਜਿਹੜੀ ਸਟੇਜ ਦੇ ਉੱਤੇ ਉੱਭਰ ਕੇ ਸਾਹਮਣੇ ਆਈ। ਤਾਂ ਉਹਨਾਂ ਦਾ ਸਮੁੱਚਾ ਨਾਟਕ ਹੈ ਜਿਹੜਾ ਪ੍ਰਤੀਕਾਤਮਿਕ ਆ ਔਰ ਲੋਕ ਗਥਾਵਾਂ ਨਾਲ ਭਰਪੂਰ ਉਹਨਾਂ ਦੇ ਅੰਸ਼ ਵੀ ਨਾਟਕਾਂ ਦੇ ਵਿੱਚ ਮਿਲਦੇ ਨੇ। ਸੋ ਬਹੁਤ ਮਿਹਨਤ ਕਰਕੇ ਉਹਨਾਂ ਦੀ ਪੇਸ਼ਕਾਰੀ ਬੱਝਵੀਂ ਹੁੰਦੀ ਆ, ਠੋਕਵੀਂ ਹੁੰਦੀ ਆ, ਕਿਤੇ ਵੀ ਉਹ ਗੁੰਜਾਇਸ਼ ਨਹੀਂ ਛੱਡਦੇ ਆਪਣੀ ਇਸ ਨਾਟਕ ਦੀ ਪੇਸ਼ਕਾਰੀ ਦੌਰਾਨ। ਸ਼ਹਿਰੀ ਵਰਗ ਏਲੀਅਟ ਕਲਾਸ ਦੇ ਵਿੱਚ ਜ਼ਿਆਦਾਤਰ ਉਹਨਾਂ ਦਾ ਜਿਹੜਾ ਰੰਗਮੰਚ ਹੁੰਦਾ ਔਰ ਨੈਸ਼ਨਲ ਇੰਟਰਨੈਸ਼ਨਲ ਪੱਧਰ 'ਤੇ ਉਹ ਆਪਣੀਆਂ ਪੇਸ਼ਕਾਰੀਆਂ ਕਰ ਚੁੱਕੇ ਨੇ। ਹਿੰਦੁਸਤਾਨ ਦੇ ਅਨੇਕਾਂ ਨੈਸ਼ਨਲ ਫੈਸਟੀਵਲ, ਵਿਦੇਸ਼ਾਂ ਦੇ ਵਿੱਚ ਫੈਸਟੀਵਲ, ਉਹਨਾਂ ਦੇ ਵਿੱਚ ਉਹ ਆਪਣੀਆਂ ਪੇਸ਼ਕਾਰੀਆਂ ਕਰ ਚੁੱਕੇ ਨੇ ਔਰ ਇੱਕ ਪ੍ਰਬੁੱਧ ਨਿਰਦੇਸ਼ਕਾਂ ਨੇ ਇਹ ਉਹਨਾਂ ਦੀ ਇੱਕ ਵੱਡੀ ਪਛਾਣ ਹੈ। ਸੋ ਆਓ ਆਪਾਂ ਹੁਣ ਸੁਣਦੇ ਹਾਂ ਸੁਨਹਿਰੇ ਬੋਲ ਮੈਡਮ ਪਦਮ ਸ਼੍ਰੀ ਡਾਕਟਰ ਨੀਲਮ ਮਾਨ। ਔਰ ਇਸ ਤੋਂ ਪਹਿਲਾਂ ਕਿ ਮੈਂ ਮੈਡਮ ਨੂੰ ਰੂਬਰੂ ਕਰਵਾਵਾਂ, ਸਾਡੇ ਇਸ ਪ੍ਰੋਗਰਾਮ ਦੇ 4 ਸੈਗਮੈਂਟ ਹੁੰਦੇ ਨੇ। ਜਿਹੜਾ ਸੈਗਮੈਂਟ ਸਭ ਤੋਂ ਪਹਿਲਾਂ ਅਸੀਂ ਸੁਨਹਿਰੇ ਬੋਲ ਮੈਡਮ ਨੀਲਮ ਮਾਨ ਸਿੰਘ ਚੌਧਰੀ ਹੋਣਗੇ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜੀ ਅਗਲਾ ਆਪਣਾ ਹੋਊਗਾ ਪੇਸ਼ੇ ਨਜ਼ਰ, ਉਸ ਦੇ ਵਿੱਚ ਅਸੀਂ ਇੱਕ ਨੌਜਵਾਨ ਸਾਡੇ ਰੰਗਕਰਮੀ ਮਿਲਾਵਾਂਗੇ। ਉਸ ਤੋਂ ਬਾਅਦ ਉਹਨਾਂ ਦੀ ਪੇਸ਼ਕਾਰੀ ਹੋਵੇਗੀ ਔਰ ਲਾਸਟ ਦੇ ਉੱਤੇ ਉਹਨਾਂ ਦੀ ਕੀਤੀ ਹੋਈ ਪੇਸ਼ਕਾਰੀ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਆਓ ਅਸੀਂ ਇਸ ਪਹਿਲੇ ਸੈਗਮੈਂਟ ਵੱਲ, ਸੁਨਹਿਰੇ ਬੋਲ ਵੱਲ ਮੁੜਦੇ ਹਾਂ, ਸੁਣਦੇ ਹਾਂ। ਮੇਰੇ ਲਈ ਇਹ ਬੜੀ ਮਾਣ ਦੀ ਗੱਲ ਹੈ ਕਿ ਇੰਨੀ ਵੱਡੀ ਹਸਤੀ ਉਹਨਾਂ ਨੂੰ ਮੈਂ ਤੁਹਾਡੇ ਰੂਬਰੂ ਕਰਵਾ ਰਿਹਾ, ਪਦਮ ਸ਼੍ਰੀ ਮੈਡਮ ਡਾਕਟਰ ਨੀਲਮ ਮਾਨ ਸਿੰਘ ਚੌਧਰੀ। Sat Sri Akal. I am delighted to be here to share a few thoughts with all of you regarding this incredible festival which has been started and conceptualized by Gurvinder Singh. जब माहौल बदल जाता है तो नवे रस्ते लभने पैंदे है कि किस तरह तुसी अपनी कला नू जिंदा रखो। और ये बड़ा अच्छा एक आइडिया इनिशिएट होया है ऑनलाइन थिएटर फेस्टिवल, जिहदे नाल असी अलग अलग डायरेक्टर्स का काम वेख सकांगे। सानू कुछ नहीं पता कि ये लॉकडाउन कितनी देर रहे, कितनी देर थिएटर्स बंद रहेंगे, तो की करेगा कलाकार इस माहौल विच, उस वक्त विच। सो ये जड़ा आइडिया हैगा ये किथे ना किथे कर सानू पहुंचाएगा लोगों का काम, which is so important for an artist to feel alive, to feel that his work is alive, to feel that his work is being connected with a community, to an audience to which he wishes to share what he has created. कितनी कॉन्ट्रडिक्टरी टर्म हैगी है ऑनलाइन थिएटर फेस्टिवल, क्योंकि जब असी नाटक बारे सोचते हाँ तो नाटक एक स्पेस विच होंदा है, एक प्रोसीनियम स्पेस विच या नुक्कड़ नाटक हो या जो भी तुसी नाटक करना चाहते हो, जिहदे विच लोग आते हैं जो तुहानू सुन सकते हैं, तुसी उन्हां नू फील कर सकते हो, उन्हां दी एनर्जी नू फील कर सकते हो, उहदे नाल उन्हां नाल संबंध बनाते हो, उन्हां दी अखां विच अखां देख के तुसी डायलॉग बोलते हो। वो जब सारे फैक्टर्स जो एक कला नू बनाती है वो रिमूव हो जान ते कुछ होर लभना ही पेगा, क्योंकि वी हैव नो आइडिया हाउ लॉन्ग दिस इज गोइंग टू कंटिन्यू। सो desperate situations require desperate decisions and desperate solutions। तो बड़ी वधिया एक मिडल ग्राउंड लभ्या हैगा कलाकारां ने।
ਸਾਨੂੰ ਇਹ ਵੀ ਪਤਾ ਹੈ ਕਿ ਇਸ ਲੋਕਡਾਊਨ ਦੇ ਵਕਤ ਜ਼ਿੰਦਾ ਸਾਨੂੰ ਕਿਸਨੇ ਰੱਖਿਆ ਹੈ? ਕਲਾ ਨੇ ਹੀ, ਕਿਤਾਬਾਂ ਨੇ, ਮਿਊਜ਼ਿਕ ਨੇ, ਫਿਲਮਾਂ ਨੇ, और ऑनलाइन थिएटर फेस्टिवल्स जो हो रहे हैं, इट्स अ ग्रेट स्टेप एंड इट हैज टू बी सल्यूटेड। मैनू नाम भी बहुत अच्छा लगा बोहेमियन, क्योंकि बोहेमियन का मतलब की है? बोहेमियन मतलब वो बंदा जो आजाद है, जो खुले दिल का है, जो कोई रिजिडिटी के खिलाफ है। ਇਹ ਵੀ ਜਿਹੜਾ ਫੈਸਟੀਵਲ ਹੈ ਇਹ ਕਿੱਥੇ ਨਾ ਕਿੱਥੇ ਇਟਸ ਥਿੰਕਿੰਗ ਆਊਟ ਆਫ ਦ ਬਾਕਸ। ਐਗਜ਼ੈਕਟਲੀ ਦ ਚੋਇਸ ਆਫ ਦ ਨੇਮ ਐਂਡ ਦ ਮੀਨਿੰਗ ਦੈਟ ਦ ਫੈਸਟੀਵਲ ਇਜ਼ ਗੋਇੰਗ ਟੂ ਜਨਰੇਟ, ਉਹਦੇ ਵਿੱਚ ਤਾਲਮੇਲ ਹੈਗੀ ਹੈ। ਥੈਂਕ ਯੂ ਵੈਰੀ ਮਚ ਗੁਰਵਿੰਦਰ। I think it's a great step you've taken. Millions of congratulations. I'm sure बहुत वधिया सक्सैस होएगा जिहदे विच जिहड़े सारे परफॉर्मर्स हैगे वो जाने पहचाने परफॉर्मर्स है, उन्होंने मैं वधाई दिंदी हां and I look forward to participating in the shows that will be streaming online. Thank you very much. ਤਾਂ ਤੁਸੀਂ ਦੇਖਿਆ ਕਿ ਸਾਡੇ ਬਹੁਤ ਹੀ ਸਨਮਾਨਯੋਗ ਹਸਤੀ ਆਪਣੇ ਸੁਨਹਿਰੇ ਬੋਲ ਵਾਲੇ ਹਿੱਸੇ ਦੇ ਵਿੱਚ ਮੈਡਮ ਨੀਲਮ ਸਿੰਘ ਚੌਧਰੀ ਨੇ ਬਹੁਤ ਹੀ ਖੂਬਸੂਰਤ ਅਲਫਾਜ਼ਾਂ ਦੇ ਵਿੱਚ ਸਾਨੂੰ ਆਸ਼ੀਰਵਾਦ ਦਿੱਤਾ, ਸਾਨੂੰ ਪਿਆਰ ਦਿੱਤਾ। ਆਪਣਾ ਇਹਨਾਂ ਵੱਡਿਆਂ ਬੰਦਿਆਂ ਦਾ ਜਿਹੜਾ ਪਿਆਰ ਆ, ਇਹਨਾਂ ਦਾ ਆਸ਼ੀਰਵਾਦ ਆ, ਉਹ ਸਾਡੇ ਵਰਗੇ ਨੌਜਵਾਨ ਰੰਗਕਰਮੀਆਂ ਲਈ ਇੱਕ ਬਹੁਤ ਹੀ ਵੱਡੀ ਤਾਕਤ ਹੁੰਦਾ। ਸੋ ਨੀਲਮ ਮਾਨ ਸਿੰਘ ਚੌਧਰੀ ਨੂੰ ਸੰਗੀਤ ਨਾਟਕ ਅਕੈਡਮੀ ਵੱਲੋਂ ਵੀ ਉਹਨਾਂ ਦੀ ਡਾਇਰੈਕਸ਼ਨ ਦੇ ਖੇਤਰ ਦੇ ਵਿੱਚ ਸਨਮਾਨਿਤ ਕੀਤਾ ਜਾ ਚੁੱਕਾ। ਅਨੇਕਾਂ ਮਾਨਾਂ ਸਨਮਾਨਾਂ ਨਾਲ ਲਬਰੇਜ਼ ਇਹ ਹਸਤੀ ਸਾਡੇ ਲਈ ਇੱਕ ਮਾਣ ਦਾ ਸਬੱਬ ਬਣਿਆ, ਸਾਡੇ ਰੂਬਰੂ ਹੋਏ। ਸੋ ਆਓ ਦੋਸਤੋ, ਆਪਾਂ ਅਗਲੇ ਹਿੱਸੇ ਦੇ ਵਿੱਚ ਰੂਬਰੂ ਵਾਲੇ ਸੈਕਸ਼ਨ ਦੇ ਵਿੱਚ ਚੱਲਦੇ ਹਾਂ। ਇੱਥੇ ਅੱਜ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਅਬੋਹਰ ਸ਼ਹਿਰ, ਜਿਹੜਾ ਪੰਜਾਬ ਦੇ ਵਿੱਚ ਬਿਲਕੁਲ ਇੱਕ ਹਿੱਸੇ ਤੇ ਨੇ, ਗੰਗਾ ਨਗਰ ਕੋਲੇ ਰਾਜਸਥਾਨ ਵਾਲੇ ਪਾਸੇ ਚਲਾ ਜਾਂਦਾ ਹੈ। ਬੇਸ਼ੱਕ ਇਹ ਸ਼ਹਿਰ ਪੰਜਾਬ ਦੇ ਹਾਸ਼ੀਆਗ੍ਰਸਤ ਆ, ਪੰਜਾਬ ਦੇ ਇੱਕ ਬਾਰਡਰ ਤੇ ਆ, ਪਰ ਉੱਥੋਂ ਦਾ ਜਿਹੜਾ ਰੰਗਮੰਚ ਹੈ, ਉੱਥੋਂ ਦਾ ਜਿਹੜਾ ਰੰਗਕਰਮੀ ਨੇ, ਉਹ ਹਾਸ਼ੀਆਗ੍ਰਸਤ ਨਹੀਂ, ਉਹ ਪੂਰੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਐਕਟਿਵ ਨੇ। ਸੋ ਮੇਰੀ ਮੁਰਾਦ ਅੱਜ ਅਸੀਂ ਅਬੋਹਰ ਦੇ ਹੀ ਇੱਕ ਰੰਗਕਰਮੀ ਸ਼੍ਰੀ ਭੁਪਿੰਦਰ ਅਤਰੇਜਾ ਜੀ, ਉਹਨਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਵਾਉਣ ਦੀ ਖੁਸ਼ੀ ਲੈ ਰਹੇ ਹਾਂ। ਅਸੀਂ ਭੁਪਿੰਦਰ ਅਤਰੇਜਾ ਜੀ ਸਾਡੇ ਦਰਮਿਆਨ ਲਾਈਵ ਹੋ ਚੁੱਕੇ ਨੇ। ਸਵਾਗਤ ਹੈ ਭੁਪਿੰਦਰ ਅਤਰੇਜਾ ਜੀ, ਤੁਹਾਡਾ ਜੀ ਆਇਆਂ ਆਖਦੇ ਹਾਂ ਤੁਹਾਨੂੰ ਅਸੀਂ। ਇਸ ਟਾਈਮ ਸਾਡੇ ਨਾਲ ਕਾਫੀ ਸਾਥੀ ਭੁਪਿੰਦਰ ਜੀ ਜੁੜ ਚੁੱਕੇ ਨੇ। ਸੰਦੀਪ ਵਰਮਾ ਜੀ, ਸੁਖਵਿੰਦਰ ਕੌਰ ਚੰਡੀਗੜ੍ਹ ਤੋਂ, ਬਲਕਾਰ ਸਿੱਧੂ ਜੀ, ਅਤੁਲ ਕੁਮਾਰ ਜੀ, ਮੇਰੇ ਆਪਣੇ ਪਿੰਡ ਦੇ ਨਿਰਭੈ ਸੰਧੂ ਸਾਈਆਂ ਵਾਲਾ ਪਿੰਡ ਤੋਂ, ਉਹ ਜੁੜੇ ਹੋਏ ਨੇ। ਅੰਕਿਤ ਅਤਰੇਜਾ, ਰਾਣੀ ਬਲਵੀਰ ਕੌਰ ਸਾਡੇ ਰੰਗਮੰਚ ਦੀ ਵੱਡੀ ਹਸਤੀ, ਵਿਸ਼ਨੂੰ ਨਰਾਇਣ, ਨੀਰਜ ਕੌਸ਼ਿਕ। ਭੁਪਿੰਦਰ ਜੀ ਕਾਫੀ ਸਾਡੇ ਸਾਥੀ, ਦੋਸਤ, ਮਿੱਤਰ ਰਲੇ ਹੋਏ ਨੇ ਸਾਡੇ ਨਾਲ। ਸੋ ਭੁਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਨੂੰ ਸ਼ੁਰੂਆਤ ਕਰਦੇ ਹਾਂ। ਤਾਂ ਜਿੱਥੋਂ ਤੱਕ ਅਬੋਹਰ ਦੇ ਰੰਗਮੰਚ ਦੀ ਗੱਲ ਕਰੀਏ ਪਿਆਰੇ ਸਾਥੀਓ, ਮੈਨੂੰ ਅਬੋਹਰ ਕਈ ਗੱਲਾਂ ਕਰਕੇ ਖੂਬਸੂਰਤ ਲੱਗਦਾ, ਕਿਉਂਕਿ ਸਾਡੇ ਜਿੰਨੇ ਥੀਏਟਰ ਗਰੁੱਪ ਨੇ ਪੰਜਾਬ ਦੇ, ਉਹਨਾਂ ਦੇ ਵਿੱਚ ਜਿਹੜੇ ਅਬੋਹਰ ਦੇ ਰੰਗਕਰਮੀ ਨੇ ਉਹ ਕਾਫੀ ਜ਼ਿਆਦਾ ਮਿਲਾਪੜੇ ਸੁਭਾਅ ਦੇ ਨੇ। ਤੁਸੀਂ ਅਬੋਹਰ ਜਾਓਗੇ, ਤੁਹਾਨੂੰ ਹੱਥਾਂ ਤੇ ਚੁੱਕ ਲੈਂਦੇ ਆ, ਤੁਹਾਨੂੰ ਕਈ ਵਾਰੀ ਕਾਲਜਾਂ ਦੀ ਜੱਜਮੈਂਟ ਤੇ ਜਾਈਦਾ ਜਾਂ ਕਿਤੇ ਹੋਰ ਕਿਸੇ ਮੌਕੇ ਤੇ ਜਾਈਦਾ, ਤਾਂ ਉੱਥੇ ਇਹਨਾਂ ਦੇ ਫੋਨ ਖੜਕਣ ਲੱਗ ਜਾਂਦੇ, ਤੂੰ ਮਿਲ ਕੇ ਜਾਣਾ ਸਾਨੂੰ। ਸੋ ਇਸ ਤਰ੍ਹਾਂ ਦਾ ਪਿਆਰ ਖਲੂਸ ਜਿਹੜਾ ਪੰਜਾਬੀਅਤ ਹੈ ਜਿਹੜੀ ਅਬੋਹਰ ਵਾਲੇ ਰੰਗਕਰਮੀਆਂ ਨੇ ਸਾਂਭੀ ਹੋਈ ਹੈ, ਇਹ ਸੱਚਮੁੱਚ ਹੀ ਇਹਨਾਂ ਦੀ ਇੱਕ ਵਿਰਾਸਤ ਔਰ ਖੂਬਸੂਰਤ ਗੱਲ ਹੈ। ਅਬੋਹਰ ਦੇ ਰੰਗਮੰਚ ਨੂੰ ਜੇ ਅਸੀਂ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਸੁਰਿੰਦਰ ਨਰੂਲਾ ਜੀ ਵਰਗੀਆਂ ਦਿੱਗਜ ਸ਼ਖਸੀਅਤਾਂ ਰਹੀਆਂ ਨੇ। ਅਕਸ ਰੰਗਮੰਚ ਸ਼ੁਰੂ ਹੋਇਆ, ਉਸ ਤੋਂ ਬਾਅਦ ਵਿਕਾਸ ਬੱਤਰਾ ਜੀ ਔਰ ਸਾਡੇ ਗੌਰਵ ਵਿੱਜ ਜੀ, ਔਰ ਇਹਨਾਂ ਦੇ ਹੀ ਸਾਥੀ, ਇਹਨਾਂ ਦੇ ਹੀ ਸਮਕਾਲੀ ਸਾਡੇ ਭੁਪਿੰਦਰ ਅਤਰੇਜਾ ਜੀ, ਉਸ ਮੰਚ ਦੀ ਜਿੰਦ ਜਾਨ ਭੁਪਿੰਦਰ ਅਤਰੇਜਾ ਜੀ, ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ ਆਂਖੇ, ਗਾਂਧੀ, ਕੋਰਟ ਮਾਰਸ਼ਲ ਵਰਗੀਆਂ ਪ੍ਰੋਡਕਸ਼ਨਾਂ ਨੂੰ ਰਾਸ਼ਟਰੀ ਪੱਧਰ ਦੀਆਂ ਪੇਸ਼ਕਾਰੀਆਂ, ਕਲਾਤਮਕ ਪੇਸ਼ਕਾਰੀਆਂ ਜਿਹੜੀਆਂ ਦਿੱਤੀਆਂ ਇਹਨਾਂ ਨੇ, ਜੋ ਸਾਡੇ ਪੰਜਾਬੀ ਰੰਗਮੰਚ ਦਾ ਇੱਕ ਮਾਣ ਬਣੀਆਂ। ਆਓ ਅਸੀਂ ਉਸੇ ਸੰਸਥਾ ਦੇ, ਜੋ ਅੱਜ ਕੱਲ੍ਹ ਇੱਕ ਥੀਏਟਰ ਗਰੁੱਪ, ਨਟਰੰਗ ਥੀਏਟਰ ਗਰੁੱਪ ਚਲਾ ਰਹੇ ਨੇ,
ਭੁਪਿੰਦਰ ਤ੍ਰੇਜਾ ਜੀ ਇਸ ਗਰੁੱਪ ਦੇ ਚੇਅਰਮੈਨ ਵੀ ਨੇ ਔਰ ਡਾਇਰੈਕਟਰ ਵੀ ਨੇ ਔਰ ਉਸ ਗਰੁੱਪ ਦੇ ਸੰਚਾਲਕ ਵੀ ਨੇ। ਮੈਂ ਭੁਪਿੰਦਰ ਤ੍ਰੇਜਾ ਜੀ ਨਾਲ ਤੁਹਾਡਾ ਰੂਬਰੂ ਕਰਵਾ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਤ੍ਰੇਜਾ ਜੀ ਤੁਹਾਨੂੰ ਇੱਕ ਨਿੱਕਾ ਜਿਹਾ ਜਿਵੇਂ ਕਿ ਆਪਾਂ ਪੁੱਛਦੇ ਹੁੰਦੇ ਹਾਂ, ਕਿਉਂਕਿ ਅਸੀਂ ਬੇਸ਼ੱਕ ਆਪਸ ਵਿੱਚ ਜਾਣਦੇ ਹਾਂ ਪਰ ਸਾਡੇ ਬਹੁਤ ਸਾਰੇ ਲੋਕ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਰੰਗਮੰਚੀ ਜੀਵਨ ਦੀ ਜਿਹੜੀ ਸ਼ੁਰੂਆਤ ਆ ਉਹ ਕਿੱਥੋਂ ਹੋਈ ਜਾਂ ਕਿਵੇਂ ਹੋਈ, ਜਾਂ ਕਿਹੜੀ ਘਟਨਾ ਸੀ ਜਾਂ ਕਿਹੜਾ ਐਲੀਮੈਂਟ ਸੀ ਜਿੱਥੋਂ ਭੁਪਿੰਦਰ ਤ੍ਰੇਜਾ ਦੇ ਮਨ ਦੇ ਵਿੱਚ ਇੱਕ ਚੀਜ਼ ਉੱਠਦੀ ਹੈ ਕਿ ਹਾਂ ਮੈਂ ਥੀਏਟਰ ਕਰਾਂ। ਧੰਨਵਾਦ ਜਗਦੀਪ ਸੰਧੂ ਜੀ ਤੇ ਧੰਨਵਾਦ ਗੁਰਿੰਦਰ ਸਰ ਦਾ, ਬੋਹੇਮੀਅਨਸ ਵਾਲਿਆਂ ਦਾ, ਜਿਨ੍ਹਾਂ ਨੇ ਆਨਲਾਈਨ ਜਿਹੜਾ ਹੈ ਮੌਕਾ ਦਿੱਤਾ ਗਿਆ ਗੱਲਬਾਤ ਕਰਨ ਦਾ, ਤਾਂ ਜੋ ਅਸੀਂ ਜੋ ਇਹਨਾਂ ਦਿਨਾਂ ਲੋਕਡਾਊਨ ਦੇ ਵਿੱਚ ਰੁਕ ਗਿਆ ਸੀ ਥੀਏਟਰ, ਉਸ ਨੂੰ ਚਲਾਇਆ ਹੈ। ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ਗੁਰਿੰਦਰ ਜੀ ਨੇ ਮੋਨੋਲੋਗ ਦਾ ਕੰਪੀਟੀਸ਼ਨ ਵੀ ਕਰਵਾਇਆ ਸੀ, ਜਿਹਦੇ ਸਾਡੇ ਨਾਟਕ ਦੇ 2 ਕਲਾਕਾਰਾਂ ਨੇ ਭਾਗ ਲਿਆ ਸੀਗਾ। ਬੜੀ ਵਧੀਆ ਗੱਲ ਹੈ। ਜਿਹੜੀ ਗੱਲ ਇਸ ਟਾਈਮ ਤੁਸੀਂ ਕਰ ਰਹੇ ਰੰਗਮੰਚੀ ਸਫ਼ਰ ਦੀ, ਦੱਸੋ ਇਹ 1988 ਦੀ ਗੱਲ ਹੈ, ਜਦੋਂ ਸਾਗਰਾ ਕਲਾ ਮੰਚ ਅਬੋਹਰ ਦੇ ਵਿੱਚ ਸੀਗਾ। ਉਦੋਂ ਮੇਰਾ ਦੇਸ਼ ਮਹਾਨ ਸ਼੍ਰੀ ਸ਼ਾਮ ਜੇਤਲੀ ਜੀ ਦੀ ਡਾਇਰੈਕਸ਼ਨ 'ਚ ਹੋਇਆ ਸੀਗਾ, ਤੇ ਉਸ ਨਾਟਕ ਦੇ ਵਿੱਚ ਪਹਿਲੀ ਵਾਰੀ ਮੈਂ ਕਿਰਦਾਰ ਕੀਤਾ ਸੀ ਵਕੀਲ ਦਾ, ਤੇ ਉੱਥੋਂ ਮੈਨੂੰ ਇਹ ਲੱਗਿਆ ਵੀ ਇਹ ਮੇਰਾ ਪੈਸ਼ਨ ਬਣ ਗਿਆ। ਰੰਗਮੰਚ ਜਿਹੜਾ ਹੈ, ਥੀਏਟਰ ਹੈ, ਉਹ ਸਾਰੀਆਂ ਕਲਾਵਾਂ ਦਾ ਸੁਮੇਲ ਹੈ, ਤੇ ਮੈਨੂੰ ਇਹ ਲੱਗਿਆ ਵੀ ਕਿਤੇ ਨਾ ਕਿਤੇ ਮੈਂ ਫਿੱਟ ਹੋ ਜਾਊਂਗਾ। ਤਾਂ ਉਸ ਤੋਂ ਬਾਅਦ ਪੈਸ਼ਨ ਬਣ ਗਿਆ। ਬਹੁਤ ਸਾਲ ਤੱਕ ਅਕਸਬੋਰ ਦੇ ਵਿੱਚ ਕੰਮ ਕਰਨ ਤੋਂ ਬਾਅਦ 2003-04 ਦੇ ਵਿੱਚ ਜੋ ਹੈ ਨਟਰੰਗ ਸੰਸਥਾ ਇੱਕ ਸ਼ੁਰੂ ਕੀਤੀ, ਤੇ ਉਸ ਨਟਰੰਗ ਦੇ ਨਾਲ ਜਿਹੜਾ ਹੈ ਲਗਾਤਾਰ ਕਈ ਸਾਲਾਂ ਤੋਂ ਨਾਟਕ ਕਰ ਰਿਹਾ। ਨਾਟਕੀ ਸਫ਼ਰ ਜਾਰੀ ਹੈ, ਲਗਾਤਾਰ ਕੰਮ ਕਰ ਰਹੇ ਹਾਂ ਤੇ ਰੁਕਿਆ ਨਹੀਂ ਅਬੋਹਰ ਦਾ ਕਾਫਲਾ। ਤੇ ਨਾਲ ਹੀ ਤੁਸੀਂ ਜਿਸ ਤਰ੍ਹਾਂ ਆਮ ਕਹਿੰਦੇ ਜੋ ਅਬੋਹਰ ਆਈਦਾ ਹੈ, ਤਾਂ ਸਾਰੇ ਸਾਥੀਆਂ ਤੁਹਾਡਾ ਸਾਰਿਆਂ ਦਾ ਪਿਆਰ ਵੀ, ਗੁਰਿੰਦਰ ਸਾਹਿਬ ਦਾ ਪਿਆਰ ਵੀ ਸਾਡੇ ਨਾਲ ਬਣਿਆ ਹੋਇਆ, ਲਗਾਤਾਰ ਬਣਿਆ ਹੋਇਆ ਹੈ। ਤਾਂ ਇਹ ਸਫ਼ਰ ਉਸ ਤਰ੍ਹਾਂ ਜਾਰੀ ਹੈ ਤੇ ਹੁਣ ਪੈਸ਼ਨ ਬਣ ਗਿਆ, ਕਿਉਂਕਿ ਅਧਿਆਪਨ ਦੇ ਨਾਲ ਨਾਲ ਇਹ ਚੀਜ਼ ਇਹ ਲੱਗਦਾ ਹੈ ਵੀ ਹਾਂ ਬੱਚਿਆਂ ਨੂੰ ਵੀ ਸਿਖਾਈ ਦੇ, ਬੱਚਿਆਂ ਵਿੱਚ ਇੰਜੈਕਟ ਕੀਤੀ ਜਾ ਸਕਦੀ ਹੈ। ਤਾਂ ਇਹ ਮੇਰਾ ਸਫ਼ਰ ਸੀਗਾ, ਇੱਥੋਂ ਅਸੀਂ ਸ਼ੁਰੂਆਤ ਕੀਤੀ। ਬਹੁਤ ਖੂਬਸੂਰਤ ਗੱਲ ਹੈ। ਮੈਂ ਸਾਡੇ ਦਰਸ਼ਕਾਂ ਨੂੰ ਇੱਕ ਹੋਰ ਇਹਨਾਂ ਦੀ ਜਿਹੜੀ ਖਾਸੀਅਤ ਆ ਭੁਪਿੰਦਰ ਤ੍ਰੇਜਾ ਦੀ ਔਰ ਇਹਨਾਂ ਦੇ ਨਟਰੰਗ ਰੰਗਮੰਚ ਦੀ, ਕਿ ਪਿਛਲੇ ਕਈ ਸਾਲਾਂ ਤੋਂ, ਲੰਮੇ ਸਮੇਂ ਤੋਂ ਜਿਹੜੇ ਵਿਦਿਆਰਥੀ ਨੇ ਸਕੂਲ ਦੇ, ਉਹਨਾਂ ਦੀ ਜੂਨ ਦੇ ਮਹੀਨੇ ਵਰਕਸ਼ਾਪ ਲਗਾ ਰਹੇ ਨੇ ਔਰ ਉਸ ਵਰਕਸ਼ਾਪ ਦੇ ਵਿੱਚ ਹਰ ਵਾਰ ਅਲੱਗ-ਅਲੱਗ ਐਕਸਪਰਟ ਬੁਲਾਉਂਦੇ ਨੇ। ਕੋਈ ਡਾਇਰੈਕਟਰ ਹੋ ਸਕਦਾ, ਕੋਈ ਐਕਟਿੰਗ ਤੇ ਕਲਾਸ ਦੇ ਰਿਹਾ, ਕੋਈ ਬੱਚਿਆਂ ਨੂੰ ਪਲੇ ਗੇਮਸ ਦੇ ਰਾਹੀਂ ਐਕਟਿੰਗ ਸਿਖਾ ਰਹੇ ਆ, ਕੋਈ ਮੇਕਅਪ ਦੀ ਕਲਾਸ ਦੇ ਰਿਹਾ। ਔਰ ਇਹ ਜਿਹੜਾ ਉਪਰਾਲਾ ਨਾ ਇਹ ਆਪਣੇ ਆਪ ਦੇ ਵਿੱਚ ਇਸ ਕਰਕੇ ਖੂਬਸੂਰਤ ਆ ਕਿ ਅਸੀਂ ਤਾਂ ਰੰਗਮੰਚ ਕਰ ਰਹੇ ਹਾਂ, ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਦੇ ਰਹੇ ਹਾਂ, ਕੀ ਦੇ ਕੇ ਜਾ ਰਹੇ ਹਾਂ। ਮੈਂ ਸਮਝਦਾ ਕਿ ਇਹਨਾਂ ਅਰਥਾਂ ਦੇ ਵਿੱਚ ਅਸੀਂ ਕੁਝ ਦੇਣਾ ਹੈ। ਰੰਗਮੰਚ ਨੇ ਹਮੇਸ਼ਾ ਕੋਈ ਸੁਸਾਇਟੀ ਨੂੰ ਦੇਣਾ, ਤੇ ਇਹਦਾ ਮਤਲਬ ਜਦੋਂ ਅਸੀਂ ਖਤਮ ਹੋ ਗਏ ਤਾਂ ਦੇਣ ਵਾਲੇ ਕੌਣ ਬਚਣਗੇ ਉਸ ਤੋਂ ਬਾਅਦ। ਤਾਂ ਇਹਨਾਂ ਨੇ ਇੱਕ ਫਸਲ ਤਿਆਰ ਕੀਤੀ ਹੈ, ਇੱਕ ਅਜਿਹੀ ਜ਼ਮੀਨ ਤਿਆਰ ਕੀਤੀ ਆ ਅਬੋਹਰ ਦੇ ਵਿੱਚ। ਔਰ ਇਹਨਾਂ ਦੇ ਜਿਹੜੇ ਰੰਗਕਰਮੀ ਨੇ ਨਿੱਕੇ ਨਿੱਕੇ, ਮਤਲਬ ਮੈਂ ਖੁਦ ਉਸ ਵਰਕਸ਼ਾਪ ਦੇ ਵਿੱਚ ਬਤੌਰ ਇੰਸਟਰਕਟਰ ਕਈ ਵਾਰ ਜਾ ਚੁੱਕਿਆ, ਉਹਨਾਂ ਦੇ ਨਾਲ ਗੱਲਬਾਤ ਕਰ ਚੁੱਕਿਆ। ਦੇ ਆਰ ਜੀਨੀਅਸ, ਮਤਲਬ ਉਹ ਨਿੱਕੇ ਨਿੱਕੇ ਚੀਜ਼ਾਂ ਨੂੰ ਬਹੁਤ ਜਲਦੀ ਫਾਲੋ ਕਰਦੇ ਨੇ। ਜੋ ਚੀਜ਼ਾਂ ਅਸੀਂ ਆਪਣੇ ਕਾਲਜ 'ਚ ਜਾ ਕੇ ਗ੍ਰੈਜੂਏਸ਼ਨ ਜਾਂ MA ਥੀਏਟਰ ਸ਼ੁਰੂਆਤੀ ਦੌਰ ਸਿੱਖੀਆਂ, ਇਹਨਾਂ ਦੇ ਬੱਚੇ 6ਵੀਂ 7ਵੀਂ 8ਵੀਂ ਵਾਲੇ ਬੱਚੇ ਉਹ ਬੇਸਿਕ ਚੀਜ਼ਾਂ ਥੀਏਟਰ ਦੀਆਂ ਮੂਵਮੈਂਟਸ, ਕਿਵੇਂ ਤੁਰਨਾ, ਕਿਵੇਂ ਖੜਨਾ, ਉਹ ਸਾਰਾ ਕੁਝ ਸਿੱਖੇ ਬੈਠੇ ਆ। ਔਰ ਮੈਨੂੰ ਲੱਗਦਾ ਜਦੋਂ ਅਜਿਹੀਆਂ ਵਕਾਰੀ ਸੰਸਥਾਵਾਂ, ਅਜਿਹੇ ਲੋਕਾਂ ਦੇ ਹੱਥ ਵਿੱਚ ਰੰਗਮੰਚ ਹੋਵੇ ਤਾਂ ਰੰਗਮੰਚ ਨੂੰ ਕਿਤੇ ਵੀ ਖਤਰਾ ਨਹੀਂ। ਤਾਂ ਮੈਂ ਥੋੜ੍ਹਾ ਜਿਹਾ ਤ੍ਰੇਜਾ ਜੀ, ਜਿਹੜਾ ਤੁਸੀਂ ਇਹ, ਕਿਉਂਕਿ ਬਹੁਤ ਔਖਾ ਕੰਮ ਹੁੰਦਾ ਰੰਗਮੰਚ ਕਰਨਾ ਹੀ, ਆਪਣੇ ਆਪ 'ਚ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਆ। ਤੁਸੀਂ ਵਰਕਸ਼ਾਪ ਲਾ ਰਹੇ ਹੋ ਜੂਨ ਦੇ ਮਹੀਨੇ ਕੜਕਦੀ ਧੁੱਪ ਦੇ ਵਿੱਚ, ਕਿਵੇਂ ਮੈਨੇਜ ਕਰਦੇ ਹੋ ਇਹ ਵਰਕਸ਼ਾਪ ਲਾਉਣ ਦਾ? ਜਿਹੜਾ ਪਹਿਲਾਂ ਤੁਹਾਡਾ ਸੁਪਨਾ ਕਿਵੇਂ ਪੈਦਾ ਹੋਇਆ ਸੀ, ਔਰ ਕੀ ਕਦੀ ਕੋਈ ਨਿਰਾਸ਼ਾ ਨਹੀਂ ਹੁੰਦੀ, ਜਾਂ ਤੁਹਾਡਾ ਪੂਰਾ ਬਜਟ ਦੇ ਵਿੱਚ ਰਹਿ ਜਾਂਦਾ, ਔਰ ਕਿੰਨੀ ਕੁ ਸਕਸੈਸਫੁਲ? ਮੈਂ ਇਸ ਬਾਰੇ ਥੋੜ੍ਹੀ ਜਿਹੀ ਖੁੱਲ੍ਹ ਕੇ ਗੱਲ ਕਰਨੀ ਚਾਹੁੰਦਾ, ਕਿਉਂਕਿ ਇੱਕ ਵੱਖਰੀ ਤੁਹਾਡੀ ਪ੍ਰਾਪਤੀ ਹੈ। ਸੋ ਇਹਦੇ ਬਾਰੇ ਜ਼ਰੂਰ ਡਿਟੇਲ ਦੇ ਵਿੱਚ ਸਾਨੂੰ ਕੁਝ ਦੱਸੋ। ਅਸੀਂ ਪੰਜਾਬ ਦੀ ਧਰਤੀ ਦੇ ਵਸਨੀਕ ਆ, ਤੇ ਸਾਨੂੰ ਐ ਲੱਗਦਾ ਹੈ ਜੇ ਸਾਡੀ ਕਮਾਈ ਵਿੱਚੋਂ 10% ਨਿਕਲ ਜਾਏ ਤਾਂ ਕੋਈ ਹਰਜ ਨਹੀਂ। ਤਾਂ ਮੈਨੂੰ ਐ ਲੱਗਦਾ ਅਸੀਂ ਵਰਕਸ਼ਾਪ ਦੇ ਵਿੱਚ ਅੱਜ ਤੱਕ ਕੋਈ ਕਮਾਇਆ ਨਹੀਂ ਗਾ, ਅਸੀਂ ਲਾਇਆ ਹੈ ਤੇ ਲਾਦੇ ਰਹਾਂਗੇ। ਉਹ 10% ਅਸੀਂ ਰੰਗਮੰਚ ਲਈ, ਥੀਏਟਰ ਲਈ, ਨਵੇਂ ਬੱਚਿਆਂ ਵਾਸਤੇ ਅਸੀਂ ਕੱਢਦੇ ਰਹਿੰਦੇ ਹਾਂ। ਤਾਂ ਉਸ ਮੇਰੇ ਸਾਥੀ ਨੇ ਵਿਕਾਸ ਬੱਤਰਾ ਜੀ, ਸੰਦੀਪ ਸ਼ਰਮਾ ਜੀ,
ਗੁਰਜੰਟ ਰਾਜੂ ਠਟਾਈ, ਇਸ ਤਰ੍ਹਾਂ ਦੀ ਇੱਕ ਸਾਡੀ ਟੀਮ ਹੈ, ਕੁਲਜੀਤ ਭੱਟੀ ਜੀ, ਇਹ ਟੀਮ ਹੈ ਜੋ ਅਸੀਂ ਰਲ ਕੇ ਇਸ ਵਾਸਤੇ ਕੰਮ ਕਰਦੇ ਰਹਿੰਦੇ ਹਾਂ। ਤੇ ਉਹਦੇ ਵਾਸਤੇ ਅਸੀਂ ਬਾਹਰੋਂ ਵੀ ਮੇਰੇ ਸਾਥੀ ਜਿਹੜੇ ਥੀਏਟਰਿਸਟ ਨੇ ਉਹ ਵੀ ਸਾਨੂੰ ਕੋਈ ਐ ਨਹੀਂ ਕਹਿੰਦੇ ਵੀ ਹਾਂਜੀ ਤੁਸੀਂ ਸਾਨੂੰ ਇੰਨੀ ਅਮਾਊਂਟ ਦਿਓ ਜਾਂ ਕੁਛ ਹੋਰ, ਅਸੀਂ ਉਹਨਾਂ ਨੂੰ ਵੀ ਮਾਨ ਜਿਹੜਾ ਹੈਗਾ ਉਹ ਥੋੜ੍ਹਾ ਬਹੁਤਾ ਕਰ ਦਈਦਾ। ਉਹਨਾਂ ਨੂੰ ਕਹੀਦਾ ਵੀ ਤੁਸੀਂ ਆ ਕੇ ਥੀਏਟਰ ਦੀ ਕਲਾਸ ਲਗਾਓ ਯਾਰ, ਬੱਚਿਆਂ ਨੂੰ ਸਿਖਾਓ। ਤੇ ਉਹ ਸਾਡੇ ਪੈਸ਼ਨ ਨੂੰ ਵੇਖ ਕੇ ਹਮੇਸ਼ਾ ਸਾਡੇ ਕੋਲ ਆਉਂਦੇ ਨੇ। ਕਹਿੰਦੇ ਤੁਸੀਂ ਵੀ ਆਏ ਜੇ 2-3 ਵਾਰੀ। ਡਾਕਟਰ ਪਾਲੀ ਭੁਪਿੰਦਰ ਸਿੰਘ ਜੀ, ਕੀਰਤੀ ਕਿਰਪਾਲ ਜੀ, ਟੋਨੀ ਬਾਦਿਸ਼ ਜੀ ਦੀਆਂ ਬਹੁਤ ਸਾਰੀ ਕਲਾਸਾਂ ਜਿਹੜੀਆਂ ਬੋਰਡ 'ਚ ਲੱਗੀਆਂ, ਬੱਚਿਆਂ ਦੇ ਵਿੱਚ ਥੀਏਟਰ ਇੰਜੈਕਟ ਹੋਇਆ। ਤੇ ਉਸ ਤੋਂ ਇਲਾਵਾ ਮਨੀਸ਼ ਜੋਸ਼ੀ ਵੀ ਇੱਕ ਖਾਸ ਨਾਮ ਨੇ ਜਿਹੜੇ ਸਾਡੇ ਇਸ ਥੀਏਟਰ ਵਰਕਸ਼ਾਪਾਂ 'ਚ ਆਉਂਦੇ ਰਹੇ, ਜਿਹੜੇ ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦੇ ਰਹੇ। ਤੇ ਉਸ ਤੋਂ ਉਹਨਾਂ ਸੀ ਇਹ ਨਹੀਂ ਸੀ ਬੱਚਿਆਂ ਨੂੰ ਇਕੱਲੇ ਸਿਖਾ ਰਹੇ ਸੀਗੇ, ਅਸੀਂ ਆਪ ਹੀ ਬਹੁਤ ਕੁਝ ਉਹਨਾਂ ਤੋਂ ਸਿੱਖ ਰਹੇ ਸੀਗੇ ਜਿਹੜੇ ਥੀਏਟਰਿਸਟ ਤੁਹਾਡੇ ਵਰਗੇ ਆਉਂਦੇ ਸੀਗੇ। ਸੋ ਇਹ ਸਾਡਾ ਕਾਰੋਬਾਰ ਚੱਲ ਰਿਹਾ ਹੈ ਜੀ, ਲਗਾਤਾਰ ਅਸੀਂ ਇਸ ਵਿੱਚ ਕੰਮ ਕਰ ਰਹੇ ਹਾਂ ਜੀ। ਬਹੁਤ ਖੂਬਸੂਰਤ। ਔਰ ਤੁਸੀਂ ਭਾਗਾਂ ਵਾਲੇ ਹੋ ਕਿ ਜਿਨ੍ਹਾਂ ਦੇ ਚਾਈਲਡ ਥੀਏਟਰ ਤੇ ਬੱਚਿਆਂ ਦੇ ਰੰਗਮੰਚ ਤੇ ਟੋਨੀ ਬਾਦਿਸ਼ ਵਰਗੀ ਦਿੱਗਜ ਹਸਤੀ ਦਾ ਕੰਮ ਆ, ਔਰ ਤੁਹਾਡੇ ਪਰਿਵਾਰ ਦਾ ਹਿੱਸਾ ਰਹੇ ਨੇ, ਪਰਿਵਾਰ ਵਾਂਗੂ ਤੁਹਾਡੇ ਕੋਲੇ ਆਉਂਦੇ ਰਹੇ ਆ। ਮੈਨੂੰ ਲੱਗਦਾ ਇਹ ਵੀ ਤੁਹਾਡੇ ਲਈ ਇੱਕ ਸ਼ੁਭ ਭਾਗ ਰਹੇ ਨੇ। ਔਰ ਬਹੁਤ ਖੂਬਸੂਰਤ ਸੀਗਾ ਉਹ ਦੌਰ ਜਿਹੜਾ ਟੋਨੀ ਭਾਜੀ ਤੁਹਾਡੇ ਕੋਲੇ ਆ ਕੇ ਬੱਚਿਆਂ ਨਾਲ ਗੱਲਬਾਤ, ਉਹ ਖੁਸ਼ ਹੁੰਦੇ ਸੀਗੇ ਇਹਨਾਂ ਗੱਲਾਂ ਨਾਲ। ਸੋ ਭੁਪਿੰਦਰ ਜੀ ਆਪਾਂ ਅੱਗੇ ਚੱਲਦੇ ਹਾਂ। ਦੋਸਤੋ, ਭੁਪਿੰਦਰ ਤਲੇਜਾ ਹੋਣਾ ਦੀ ਅਗਲੀ ਖਾਸ ਗੱਲ ਵਰਕਸ਼ਾਪ ਤੋਂ ਬਾਅਦ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦਾ ਜਿਹੜਾ ਵਾਹਿਦ ਇੱਕ ਅਜਿਹਾ ਰੰਗਮੰਚ ਹੈ ਕਿ ਕਦੇ ਨਿਰਾਸ਼ ਨਹੀਂ ਹੋਏ। ਇਹਨਾਂ ਨੇ ਹਮੇਸ਼ਾ ਲਗਾਤਾਰਤਾ ਆਪਦੇ ਰੰਗਮੰਚ ਵਿੱਚ ਬਣਾਈ ਰੱਖੀ। ਮਹਾਸ਼ਕਤੀ ਕਲਾ ਮੰਦਿਰ ਬਰਨਾਲਾ ਵਿਖੇ ਪਿਛਲੇ ਕਈ ਸਾਲਾਂ ਤੋਂ, ਲੰਬੇ ਸਮੇਂ ਤੋਂ ਹਰ ਸਾਲ ਫਰਵਰੀ ਦੇ ਮਹੀਨੇ ਫੈਸਟੀਵਲ ਹੁੰਦਾ ਹੈ। ਉੱਥੇ ਅਲੱਗ-ਅਲੱਗ ਨਾਟਕ ਦੀਆਂ ਵੰਨਗੀਆਂ ਦੇ ਮੁਕਾਬਲੇ ਹੁੰਦੇ ਨੇ। ਤਾਂ ਉੱਥੋਂ ਇਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਜਿਹੜਾ ਉਸ ਸੰਸਥਾ ਤੋਂ ਮਿਲ ਚੁੱਕਿਆ, ਮਹਾਸ਼ਕਤੀ ਕਲਾ ਮੰਦਿਰ ਬਰਨਾਲਾ। ਮਹਾਸ਼ਕਤੀ ਕਲਾ ਮੰਦਿਰ ਬਰਨਾਲਾ ਵਾਹਿਦ ਇੱਕ ਅਜਿਹੀ ਸਟੇਜ ਆ ਜਿਸ ਨੇ ਪੰਜਾਬੀ ਦੇ ਵੱਡੇ ਰੰਗਕਰਮੀ ਦਿੱਤੇ। ਆਤਮਜੀਤ, ਅਜਮੇਰ ਔਲਖ, ਪਾਲੀ ਭੁਪਿੰਦਰ ਸਿੰਘ, ਹੋਰ ਅਨੇਕਾਂ ਦਿੱਗਜ ਜਿਹੜੇ ਉਸੇ ਸਟੇਜ ਦੀ ਪੈਦਾਵਾਰ ਨੇ। ਰਾਤ ਨੂੰ ਨਾਟਕ ਹੁੰਦੇ ਨੇ ਔਰ ਉੱਥੋਂ ਹੀ ਸਾਰੇ ਸਾਡੇ ਡਿਵੈਲਪ। ਔਰ ਅਜਿਹੀ ਸਟੇਜ ਤੋਂ ਭੁਪਿੰਦਰ ਤਲੇਜਾ ਵਰਗੇ ਇੱਕ ਰੰਗਕਰਮੀ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਣਾ, ਇਹ ਆਪਣੇ ਆਪ ਦੇ ਵਿੱਚ ਸੱਚਮੁੱਚ ਖੂਬਸੂਰਤ ਗੱਲ ਆ। ਔਰ ਇਹ ਲਗਾਤਾਰ ਉੱਥੇ ਜਾ ਰਹੇ ਨੇ, ਹਰ ਸਾਲ ਬਰਨਾਲੇ ਪੇਸ਼ਕਾਰੀਆਂ ਕਰਦੇ ਨੇ, ਸ਼ਿਮਲੇ ਜਾਂਦੇ ਨੇ। ਮਤਲਬ ਜਿੱਥੇ ਇਹਨਾਂ ਦਾ ਮੋਹ ਪਿਆਰ ਬਣਿਆ, ਕਦੀ ਇਹਨਾਂ ਨੂੰ ਨਿਰਾਸ਼ਾ ਨਹੀਂ ਹੋਈ। ਮੈਨੂੰ ਇਹ ਖੂਬਸੂਰਤ ਲੱਗਦੀ ਹੁੰਦੀ ਹੈ ਗੱਲ ਕਿ ਲਗਾਤਾਰਤਾ ਬਣਾਈ ਰੱਖੀ ਹੋਈ ਹੈ। ਤੇ ਹੁਣ ਸਾਥੀਓ, ਅੱਜ ਆਪਾਂ ਬਾਕੀ ਗੱਲਾਂ ਇਹਨਾਂ ਨਾਲ ਇਹਨਾਂ ਦੀ ਜਿਹੜੀ ਪੇਸ਼ਕਾਰੀ ਆ ਉਹ ਵੇਖਣੀ ਆ, ਉਸ ਤੋਂ ਬਾਅਦ ਕਰਾਂਗੇ। ਮੈਂ ਤਲੇਜਾ ਜੀ ਨੂੰ ਬੇਨਤੀ ਕਰਦਾ ਕਿ ਅੱਜ ਜਿਹੜੀ ਤੁਸੀਂ ਪੇਸ਼ਕਾਰੀ ਕਰਨ ਜਾ ਰਹੇ ਹੋ ਉਹਦੇ ਬਾਰੇ ਥੋੜ੍ਹੀ ਜਿਹੀ ਸਾਨੂੰ ਜਾਣਕਾਰੀ ਦੇਵੋ ਵੀ ਕਿਹੜਾ ਨਾਟਕ ਆ ਔਰ ਉਹਦੀ ਰਾਈਟਰ ਕੌਣ ਨੇ। ਨਿਰਦੇਸ਼ਕ ਤਾਂ ਭੁਪਿੰਦਰ ਤਲੇਜਾ ਜੀ ਹਨ ਹੀ, ਨਟਰੰਗ ਵੱਲੋਂ ਪੇਸ਼ਕਾਰੀ ਆ। ਮੈਂ ਇੱਕ ਸਾਥੀ ਕੋਲ ਗੱਲ ਜ਼ਰੂਰ ਕਹਿਣਾ ਚਾਹਾਂਗਾ ਇੱਥੇ ਕਿ ਜਿਹੜਾ ਨਾਟਕ ਆ ਨਾ ਉਹ ਬੇਸ਼ੱਕ ਉਹ ਸਟੇਜ ਤੇ ਪੇਸ਼ ਹੁੰਦਾ, ਉਹਦੀ ਇੱਕ ਜਿਹੜੀ ਹੋਣ ਦਾ ਐਗਜ਼ਿਸਟੈਂਸ ਆ, ਸਹੀ ਸਵਰੂਪ ਆ ਜਿਹੜਾ ਉਹ ਸਟੇਜ ਹੀ ਆ। ਸਾਡੇ ਕੋਲੇ ਬਹੁਤ ਲਿਮਟਿਡ ਸੀਮਤ ਸਾਧਨ ਨੇ, ਟੈਕਨੋਲੋਜੀ ਆ ਸਾਡੇ ਕੋਲੇ। ਘਰੇ ਇੱਕ ਕਮਰੇ ਦੇ ਵਿੱਚ ਇੱਕ ਮੋਬਾਈਲ ਤੇ ਰਿਕਾਰਡ ਕਰਨਾ, ਅਸੀਂ ਉਹ ਸਾਰੀਆਂ ਡਾਇਮੈਂਸ਼ਨਸ, ਸਾਰੇ ਪੱਖ ਅਸੀਂ ਨਹੀਂ ਪੇਸ਼ ਕਰ ਸਕਦੇ। ਪਰ ਅਸੀਂ ਰੰਗਮੰਚ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ, ਇਸ ਕਰਕੇ ਸਾਡਾ ਇੱਕ ਨਿੱਕਾ ਜਿਹਾ ਜ਼ਰੀਆ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਇੱਕ ਮੰਚ ਦੀ ਛੋਟਾ ਜਿਹਾ ਇੱਕ ਟੋਟਾ ਜਾਂ ਇੱਕ ਹਿੱਸਾ ਵਿਖਾ ਸਕੀਏ। ਤਲੇਜਾ ਜੀ, ਆਪਣੀ ਹੁਣ ਪੇਸ਼ਕਾਰੀ ਵੱਲ ਆਉਂਦੇ ਆ, ਪੇਸ਼ੇ ਨਜ਼ਰ। ਹਾਂਜੀ, ਜੋ ਅੱਜ ਦੀ ਮੇਰੀ ਪੇਸ਼ਕਾਰੀ ਹੈ ਉਹ ਹੈ ਕੇਂਦਰ ਬਿੰਦੂ ਸਿਮਰਨ ਧਾਲੀਵਾਲ ਦੀ ਕਹਾਣੀ ਤੇ ਆਧਾਰਿਤ ਹੈ ਜੀ। ਇੱਕ ਕਹਾਣੀ ਸੀ, ਬਹੁਤ ਪਿਆਰੀ ਕਹਾਣੀ ਸੀਗੀ। ਉਸ ਕਹਾਣੀ ਦੀ ਪੇਸ਼ਕਾਰੀ ਅਸੀਂ ਅੱਜ ਕਰ ਰਹੇ ਹਾਂ, ਨਾਟਕੀ ਰੂਪਾਂਤਰ ਕਰ ਰਹੇ ਹਾਂ। ਨਾਟਕ ਤੋਂ ਬਾਅਦ ਆਪਾਂ ਬਾਕੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜਨਾਬ ਜੀ, ਰਬਟ ਲਿਖਾਉਣੀ ਸੀ। ਮੇਰਾ ਨਾਮ ਮਿਲਖਾ ਸਿੰਘ ਹੈ ਜੀ, ਪੁੱਤ ਉਜਾਗਰ ਸਿੰਘ,
ਪਿੰਡ ਚੱਕ ਕਲਾ ਅੰਮ੍ਰਿਤਸਰ ਦੇ ਕੋਲ ਹੈ ਜੀ ਮੇਰਾ ਪਿੰਡ। ਤੁਸੀਂ ਬਸ ਰਬਟ ਲਿਖੋ ਜੀ। ਮੈਂ ਤੁਹਾਨੂੰ ਜਰਾ ਖੋਲ ਕੇ ਸਮਝਾਉਣਾ ਕਿ ਗੱਲ ਹੈ ਕੀ। ਜਨਾਬ ਕੁੰਡੀ ਹੈ ਜੀ, ਬਹੁਤ ਤਕੜੀ ਕੁੰਡੀ। ਕੁੰਡੀ ਵੀ ਕਾਦੀ ਜਨਾਬ, ਕੁੰਡੀਆਂ ਨੇ ਕੁੰਡੀਆਂ। ਇੰਜ ਕਹਿ ਲੋ ਇੱਥੇ ਦਾਲ ਚ ਕਾਲਾ ਨਹੀਂ, ਸਾਰੀ ਦੀ ਸਾਰੀ ਦਾਲ ਹੀ ਕਾਲੀ ਏ। ਬਸ ਤੁਸੀਂ ਰਬਟ ਲਿਖੋ ਠੋਕ ਕੇ। ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਉਸ ਦਾ ਜ਼ਿੰਮੇਵਾਰ ਬਿੰਦੂ ਹੋਊਗਾ। ਕੀ ਕਸੂਰ ਆਉਂਦਾ? ਹੋ ਜਨਾਬ ਕਸੂਰ ਇੱਕ ਹੋਵੇ ਤਾਂ ਦੱਸਾਂ, ਦੋ ਕਸੂਰ ਨੇ ਉਸਦੇ। ਇੱਕ ਤਾਂ ਤੁਸੀਂ ਆਪ ਦੱਸੋ, ਜਿਹੜਾ ਬੰਦਾ ਕਿਸੇ ਦੀ ਢਿੱਡ 'ਚ ਲੱਤ ਮਾਰੇ, ਕਿਸੇ ਦੀ ਰੋਟੀ 'ਚ ਲੱਤ ਮਾਰੇ, ਉਸ ਨਾਲ ਕੀ ਸਲੂਕ ਕਰਨਾ ਚਾਹੀਦਾ ਭਲਾ? ਤੇ ਦੂਜਾ ਜਨਾਬ ਮੈਨੂੰ ਹੀ ਸਮਝਾਉਣਗੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਉਹਦਾ ਪਿਓ ਆ ਕਿ ਉਹ ਮੇਰਾ ਪਿਓ ਹੈ। ਨਹੀਂ ਜਨਾਬ ਨਹੀਂ, ਤੁਸੀਂ ਤਾਂ ਬਸ ਰਬਟ ਲਿਖੋ ਠੋਕ ਕੇ। ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਉਸਦਾ ਜ਼ਿੰਮੇਵਾਰ ਬਿੰਦੂ ਹੋਊਗਾ। ਤੁਹਾਨੂੰ ਪਤਾ ਹੈ ਇੱਕ ਦਿਨ ਮੈਨੂੰ ਆ ਕੇ ਕੀ ਕਹਿੰਦਾ? ਓ ਯਾਰ ਬਾਪੂ, ਉਹ ਅਖਬਾਰ 'ਚ ਇੰਡੀਆ ਵੇਖਣਾ ਬੰਦ ਕਰ। ਇੱਧਰ ਆ, ਉਹ ਤੈਨੂੰ ਡਿਜੀਟਲ ਇੰਡੀਆ ਵਿਖਾਉਣਾ। ਇਹ ਗੱਲ ਤਾਂ ਦੱਸ ਬਾਪੂ, ਤੂੰ ਕਦੇ 50 ਰੁਪਏ ਵਾਲਾ ਅੰਬ ਖਾਧਾ? ਉਹ ਕਿਹੜਾ ਹੁੰਦਾ ਭਾਈ? 50 ਰੁਪਏ ਕਿਲੋ ਦੀ ਗੱਲ ਕਰਦਾ ਹੈ? ਤੂੰ ਤਾਂ ਬੜਾ ਭੋਲਾ ਹੈ ਬਾਪੂ। ਉਹ 50 ਰੁਪਏ ਕਿਲੋ ਨਹੀਂ, 50 ਰੁਪਏ ਦਾ ਇੱਕ ਅੰਬ ਹੈ। ਕੋਈ ਮੂਰਖਾ, ਓਏ ਅੰਬਾਂ ਨੂੰ ਕੀ ਲਾਮ ਲੱਗੀ ਐ? ਓਏ ਅਸੀਂ ਤਾਂ ਕਦੇ ਬਾਜ਼ਾਰੋਂ ਖਰੀਦ ਕੇ ਨਹੀਂ ਸੀ ਖਾਦੇ। ਹੋ ਪਰਲੇ ਖੇਤ ਵਿੱਚ 2 ਬੂਟੇ ਹੁੰਦੇ ਸੀ ਅੰਬ ਦੇ, ਸ਼ਹਿਦ ਵਰਗੇ ਮਿੱਠੇ ਅੰਬ। ਓ ਯਾਰ ਬਾਪੂ, ਉਹ ਹਮੇਸ਼ਾ ਇਹੀ ਰਾਮ ਕਹਾਣੀ ਵਿੱਚ ਛੇੜ ਲੈਣਾ ਤੂੰ। ਉਹ 35 ਵਾਰੀ ਸੁਣਾ ਚੁੱਕਿਆ ਤੂੰ ਆਹੀ ਗੱਲ। ਅੱਛਾ ਬਾਪੂ, ਇਹ ਗੱਲ ਤਾਂ ਦੱਸ, ਤੂੰ ਕਦੇ ਕਰਿਆਨੇ ਦੀ ਦੁਕਾਨ ਤੋਂ ਕੱਛੇ ਪਜਾਮੇ ਖਰੀਦੇ ਨੇ? ਮੈਨੂੰ ਲੱਗਦਾ ਅੱਜ ਤੇਰੇ ਦਿਮਾਗ ਨੂੰ ਚੜ ਗਈ ਐ। ਉਹ ਮੂਰਖਾ, ਕਰਿਆਨੇ ਦੀ ਦੁਕਾਨ ਤੋਂ ਲੂਣ ਤੇਲ ਮਿਲਦਾ ਨਾ ਕਿ ਕੱਛੇ। ਕਿਉਂ ਮਗਰ ਚੱਕੀ ਜਾਂਦਾ ਵੇ? ਓ ਇੱਧਰ ਆ ਬਾਪੂ, ਅੱਜ ਤੈਨੂੰ ਮੈਂ ਕਿ ਘੈਂਟ ਖਬਰ ਸੁਣਾਣਾ। ਤਾਂ ਇਹ ਤਾਂ ਦੱਸੋ ਪਿਤਾ ਸ਼੍ਰੀ, ਤੁਸੀਂ ਕਦੇ ਬੂਟਾ, ਉਹ ਮੇਰਾ ਮਤਲਬ ਜੁੱਤੀਆਂ ਵਾਲੀ ਦੁਕਾਨ ਤੋਂ ਭੁਜੀਆ ਖਰੀਦਿਆ? ਮੈਂ ਜੁੱਤੀਆਂ ਵਾਲੀ ਦੁਕਾਨ ਤੋਂ ਭੁਜੀਆ ਤੇ ਨਹੀਂ ਖਰੀਦਿਆ, ਪਰ ਤੈਨੂੰ ਜੁੱਤੀਆਂ ਦੀ ਘਾਟ ਲੱਗਦੀ ਏ। ਉਹ ਬਿੱਲਿਆ, ਆ ਫੜਾਈ ਮੇਰਾ ਅੰਦਰ ਛਿੱਤਰ। ਏਦਾਂ ਮੈਂ ਲਾਵਾਂ ਭੂਤ, ਇਹਨੂੰ ਮਿਰਗੀ ਪੈ ਗਈ ਲੱਗਦਾ। ਉਹ ਬਾਪੂ ਠੰਡ ਰੱਖ, ਠੰਡ। ਉਹ ਬਾਪੂ ਐ ਦੱਸ, ਓਏ ਚੁੱਪ ਕਰ, ਉਹੀ ਧੂੜ 'ਚ ਟੱਟੂ ਭਜਾਈ ਜਾਂਦਾ। ਮੈਂ ਜੁੱਤੀ ਲਾ ਲੈਣੀ ਐ। ਚੱਲ ਠੀਕ ਹੈ ਬਾਪੂ, ਮੈਂ ਲੱਗਿਆ ਸੌਣ। ਨਹੀਂ ਸੌ ਜੀ, ਇਹ ਹਾਈ ਲੈਵਲ ਦੀਆਂ ਗੱਲਾਂ ਨੇ, ਤੇਰੇ ਵੱਸ ਦੀਆਂ ਨਹੀਂ। ਜਾ ਲੈਵਲ ਦੀਆਂ ਗੱਲਾਂ। ਜਨਾਬ ਬਿੰਦੂ ਧੂੜ 'ਚ ਟੱਟੂ ਨਹੀਂ ਸੀ ਭਜਾਉਂਦਾ, ਉਸਨੇ ਤਾਂ ਸਭ ਕੁਝ ਹੀ ਧੂੜ 'ਚ ਮਿਲਾ ਦਿੱਤਾ ਸੀ। ਜਿਸ ਦੀ ਧੂੜ ਹਾਲੇ ਤੱਕ ਮੇਰੇ ਸੰਗ ਵਿੱਚ ਚੜੀ ਪਈ ਹੈ। ਹੋ ਕੀ ਦੱਸਾਂ ਜਨਾਬ, ਕੀ ਦੱਸਾਂ ਉਹਦੀਆਂ ਗੱਲਾਂ। ਇੱਕ ਦਿਨ ਜਦ ਮੈਂ ਘਰੇ ਗਿਆ ਤਾਂ ਮੈਂ ਵੇਖਿਆ ਇਹ ਦੇਖਦਾ ਬਾਪੂ, ਓਏ ਕੰਪਨੀ ਦਾ ਮਾਲ ਹੈ, ਕੰਪਨੀ ਦਾ। ਐਵੇਂ ਨਾ ਸਮਝੀ 105 ਰੁਪਏ ਦਾ ਮਿਕਸ ਜੂਸ। ਤੂੰ ਵੀ ਹੋ ਜਾ ਬ੍ਰਾਂਡਡ। ਅਗਰ ਤੂੰ ਵੀ ਸਰਦਾਰ ਮਿਲਖਾ ਸਿੰਘ ਭੁੱਲਰ, ਯਾਨੀ ਕਿ ਸਰਦਾਰ ਬਲਵੀਰ ਸਿੰਘ ਭੁੱਲਰ, ਯਾਨੀ ਕਿ ਬਿੰਦਰ ਸਿੰਘ ਦੇ ਪਿਤਾ ਸ਼੍ਰੀ। ਓਏ ਕੰਜਰਾ, ਓਏ ਤੂੰ ਕੀ ਸਮਝਦਾ? ਆ ਗੱਲ 'ਚ ਪਟਾ ਜਾ ਲਮਕਾ ਕੇ ਸਮਝਦਾ ਲਾੜ ਸਾਹਿਬ ਬਣ ਗਿਆ। ਓਏ ਦੇਖੇ ਸੀ ਮੈਂ ਤੇਰੇ ਲੱਛਣ, ਭੁੱਲਿਆ ਨਹੀਂ ਮੈਨੂੰ ਕੁਝ ਵੀ। ਓ ਯਾਰ ਬਾਪੂ, ਉਹ ਮਿਲਾ ਤਾਂ ਨਾ ਧੂੜ ਕੇ ਟੱਟੂ। ਉਹ ਤੈਨੂੰ ਪਤਾ ਵੀ ਇਹ ਕੀ ਹੈ? ਉਹ ਇੱਕ ਟਾਈ ਹੁੰਦੀ ਹੈ, ਟਾਈ। ਉਹ ਬੜੇ ਰੋਬਦਾਰ ਲੋਕ ਪਾਉਂਦੇ ਨੇ ਇਹਨੂੰ। ਉਹ ਤੈਨੂੰ ਸੁਆਹ ਪਤਾ? ਉਹ ਸਾਰੀ ਉਮਰ ਤਾਂ ਤੂੰ ਖੇਤ 'ਚ ਘਾਹ ਖੋਤ ਲੰਘਾਤੀ। ਉਹ ਬਦਲ ਜਾ ਹੁਣ ਵੀ। ਉਹ ਸਾਰਾ ਸੰਸਾਰ ਇੱਕ ਪਿੰਡ ਬਣਦਾ ਜਾ ਰਿਹਾ ਤੇ ਉਸ ਦੇ ਵਿੱਚ ਤੇਰੇ ਵਰਗੇ ਪਿਛੜੇ ਬੰਦੇ ਲਈ ਥਾਂ ਹੈ ਨਹੀਂ।
जनाब मैं की लेना उस संसार से उन्हें पिंड तो मेरी तो अपने ही पिंड विच कोई थां नहीं सी रही ऐसे लिए तो इन्नी गर्मी विच मारा मारा फिर रहा मैं उन्हें संसार पिंड दी नहीं नहीं जनाब इतना भी कोई गल नहीं मैं भी समय की तौर पहचानता समय के नाल नाल बहुत कुछ बदलता है ये सब मैं अपने अखी वेख्या अजकल की मंडीर नूं ते पंपी दा बटन नप्पण की लोड़ नहीं पैंदी ते साडे वारी जनाब असीं इन्हां हत्थां नाल बंद हटे ने खूह गेड़े ने खूह अजकल ते इको दिन च हाड़ी सोनी मुक जाती है पर साडी वारी तो जनाब सानू ही पता पुछो अज की मंडीर नूं इन्हां नूं पुछो फले की हुंदे ने कख नहीं पता जनाब कख नहीं पता अजकल दी पुतरी मंडीर नूं तां हकल लई भी मोटरसाइकिल चाहिदा साडे वारी तां साइकिल भी कर्मा वालियां नूं मिलदे सी जनाब कर्मा वालियां नूं जनाब मैं सुल्तान मिंट के स्कूल च 8 जमातां कीतियां ने कदे धुप छां दी परवाह नहीं सी कीती मैं ते इधर बिंदु जी बड़े अंग्रेजी बाबू 12वीं च जांदे ही मोटरसाइकिल दी तरलो मच्छी होण लग पे सी जनाब किन्नियां आसां सी मैनू मेरा इको एक पुत है पढ़ लिख जाएगा बड़ा अफसर बन जाएगा फिर मैं सोचा जदों बड़ा अफसर बन गया तो पिंड के बड़े बड़े चौधरी मेरे कोल आया करनगे तो मैनू आके क्या करनगे ओ मैं क्या जी हजूरो ओ मैं क्या मालको आज जरा अपने मुंडे नूं कह के साडे कागज ते घुगी तां मरवा दिओ जरा मैं किन्ना कुछ सोचदा सी जनाब पर बिंदु ने तां सारी जिल्दी गालती सी जनाब वो कहंदे ने ना जे पुत साऊ निकले तां प्यो दादे दी जायदाद वधदी है जे पुत निकले तो सब कुछ हथों निकल जाता बिंदु तक पुत निकलिया सी पुत लाई है ना और तेन सपुता खा सपुता वाले काम किते कोई और कभी मेरे तो पूछ के चले कि की करना है ना की पूछ के करता मैं और कुछ बिगाड़िया था नहीं मैं कुछ और तेथों खुशी जरी नहीं जाती मेरी और मैं भी कुछ करना चाहना और ताकि तेनू तंगी ना आवे और हुण तू छड़कना करना और करन वेले तो तेथों कुछ होया नहीं हुण तू की कर लेगा ओ भुल गया बीए दे 3जे साल 3 वारी फेल होया सी तू उदों किथे गई सी तेरी लियाकत ते हुण की तू चांते चला जाएगा और फेल नहीं होया सी मैं ओ गाबा फार्म वाले ने सिंह ना फस देगा तो दिखा देंदा मैं गाबा फार्म जनाब की दसा तुहानू कोई कालजा विच कुड़ी पिछे लड़ाइयां वो गाबा फार्म वाला ढिल्लो कुड़ी नू पट्ठे पाउण नू फिरदा सी ते बिंदु दा भी कुड़ी नाल कोई हिसाब किताब चलदा सी एक दिन दोनों जने कैंटीन दे विच बैठे सी ते गल्लां कर रहे सी अचानक ढिल्लो पता नहीं कित्थों आ गया फिर उसने आके लड़ाई शुरू कर दी बिंदु नू पता नहीं की सोचा उसने आसे पासे देखा तो कच की बोतल चक के मारी उसके सिर में उसका सिर था ही खोल दिता जनाब उथे तो भगदड़ मच गई
ਕਿਸੇ ਨੂੰ ਕੁਝ ਵੀ ਨਾ ਸੁਝੇ। ਕਿੰਨੇ ਹੀ ਦਿਨ ਜਨਾਬ, ਕਿੰਨੇ ਹੀ ਦਿਨ ਲੱਗੇ ਇਸ ਕੰਮ ਨੂੰ। ਥਾਣੇ ਪਥਾਣੇ ਕਿੰਨੇ ਹੀ ਗੇੜੇ ਮਾਰੇ ਅਸੀਂ, ਵਾਧੂ ਦਾ ਲੱਗਿਆ ਸੋ ਅਲੱਗ। ਪਰ ਇਸੇ ਚੱਕਰਾਂ ਵਿੱਚ ਬਿੰਦੂ ਦੇ ਪੱਕੇ ਇਮਤਿਹਾਨ ਵਿੱਚੇ ਹੀ ਰਹਿ ਗਏ ਤੇ ਮੇਰੇ ਸੁਪਨੇ ਵੀ। ਇੱਕ ਦਿਨ ਅਸੀਂ ਘਰੇ ਬੈਠੇ ਸੀ ਤੇ ਬਿੰਦੂ ਜਦ ਅਚਾਨਕ ਸ਼ਹਿਰੋਂ ਮੁੜਿਆ ਤਾਂ ਬਾਪੂ ਕੀ ਹਾਲ ਹੈ ਬਾਪੂ? ਉਹ ਹਾਂ ਵੀ ਬਿੰਦਰ ਸਿਆ, ਅੱਜ ਕਾਹਦਾ ਖੁਸ਼ਾ ਚੜਿਆ ਤੈਨੂੰ? ਖੁਸ਼ਾ ਕਾਹਦਾ ਬਾਪੂ, ਲੱਗਿਆ ਤੇਰਾ ਚਿੱਤ ਕਰਦਾ ਹੋ। ਬੜਾ ਖਿਆਲ ਹੈ ਮੇਰੇ ਚਿੱਤ ਦਾ ਤੈਨੂੰ। ਕਿਉਂ ਨਾ ਹੋਵੇ ਬਾਪੂ, ਤੇਰੇ ਵਰਗੇ ਬਾਪੂ ਕਿਤੇ ਰੋਜ਼ ਲੱਭਦੇ ਨੇ। ਅੱਛਾ ਬਾਪੂ ਇਹ ਤਾਂ ਦੱਸ, 50 ਰੁਪਏ ਵਾਲਾ ਅੰਬ ਖਾਏਗਾ? ਹਾਂ ਲੈ ਗਿਆ, ਲਿਆ ਬਈ ਖਵਾ। ਹੁਣ ਮੈਂ ਵੀ ਧਰਮਰਾਜ ਨੂੰ ਕਹਿਣ ਜੋਗਾ ਹੋ ਜਾਊਂਗਾ। ਉਹ ਇਹਨਾਂ ਤੱਤਾ ਨਾ ਪਿਆ ਬਾਪੂ। ਅੱਛਾ ਬਾਪੂ ਇਹ ਤਾਂ ਦੱਸ ਕਿ ਜੁੱਤੀਆਂ ਵਾਲੀ ਦੁਕਾਨ ਤੋਂ ਭੁਜੀਆ ਖਰੀਦ ਕੇ ਲਿਆਏਗਾ? ਤੇ ਰਾਮ ਕਹਾਣੀ ਸ਼ੁਰੂ ਕਰ ਦਿੱਤੀ। ਉਹ ਇੰਜ ਕਰ, ਉਹ ਪਹਿਲਾਂ ਭੁਜੀਆ ਹੀ ਲੈ ਕੇ ਆਉਂਦੇ ਆ ਵੇਖ, ਮੈਂ ਤਾਂ ਜੁੱਤੀ ਵੀ ਪਾ ਲਈ। ਚੱਲ ਉਹ ਬਹਿ ਜਾ ਬਾਪੂ ਬਹਿ ਜਾ, ਉਹ ਅੱਜ ਨਹੀਂ ਖਾਣਾ ਭੁਜੀਆ। ਅੱਛਾ ਚੱਲ ਅੱਜ ਰਹਿਣ ਦਿੰਦੇ ਆ, ਪਰ ਮੈਨੂੰ ਦੱਸ ਤਾਂ ਦੇ ਇਹ ਹੱਟੀ ਹੈ ਕਿੱਥੇ? ਉਹ ਸਾਹਮਣੇ ਸਾਹਮਣੇ ਕਿੱਥੇ? ਉਹ ਸੜਕ ਦੇ ਦੂਜੇ ਪਾਸੇ। ਉਹ ਰਹਿਣ ਦੇ ਓਏ, ਉਹ ਤੇ ਖਾਲੀ ਵਾਹ ਨੇ ਓਏ। ਉੱਥੇ ਤੇ ਕਦੇ ਅੰਬ ਦੇ 2 ਬੂਟੇ ਹੁੰਦੇ ਸੀ, ਹੁਣ ਤਾਂ ਉਹ ਵੀ ਨਜ਼ਰ ਨਹੀਂ ਆਉਂਦੇ। ਉਹ ਦਿਸਦਾ ਨਹੀਂ ਬਾਪੂ ਤੈਨੂੰ, ਅੰਤਰਦ੍ਰਿਸ਼ਟੀ ਹੈ ਨਹੀਂ ਤੇਰੇ ਕੋਲ। ਚੱਲ ਕੋਈ ਨਾ, ਦਿਸੂ ਤੈਨੂੰ ਦਿਸਦਾ? ਬਹੁਤ ਚਿਰਾਂ ਤੋਂ। ਠੀਕ ਹੈ ਫਿਰ ਮੈਨੂੰ ਵੀ ਦੱਸ ਦੇ, ਮੈਂ ਵੀ ਜਾ ਕੇ ਨਾਲੇ ਭੁਜੀਆ ਲਿਆਉ, ਨਾਲੇ ਜੁੱਤੀਆਂ, ਨਾਲੇ ਕਛਹਿਰਾ ਤੇ ਨਾਲੇ ਅੰਬ। ਮੈਨੂੰ ਇੱਕ ਗੱਲ ਦੱਸ, ਇਹ ਹੱਟੀ ਬੰਤ ਦੀ ਹੱਟੀ ਤੋਂ ਵੀ ਵੱਡੀ ਹੋ? ਉਹ ਬੜਾ ਭੋਲਾ ਹੈ ਬਾਪੂ ਤੂੰ ਤਾਂ। ਉਹ ਬੰਦੀ ਹੱਟੀ ਕਿਤੇ ਤੇ ਆਹ ਹੱਟੀ ਕਿਤੇ। ਉਹ ਬੰਦੀ ਹੱਟੀ ਤੋਂ ਤਾਂ ਇਹ 10 ਗੁਣਾ ਵੱਡੀ ਹੋਊਗੀ, ਵੱਡੀ। ਹਾਲਾ ਇੰਨੀ ਵੱਡੀ? ਹਾਂ, ਉਹ ਬੰਦੀ ਹੱਟੀ ਤਾਂ ਲੱਭਣੀ ਨਹੀਂ ਕਿਤੇ। ਫਿਰ ਬੰਤ ਦਾ ਕੀ ਬਣੂ? ਉਹਨੂੰ ਤਾਂ ਪੂਰੇ 20 ਸਾਲ ਹੋ ਗਏ ਪਿੰਡ ਵਿੱਚ ਹੱਟੀ ਕਰਦੇ ਆ। ਆਹੀ ਤਾਂ ਗੱਲ ਹੈ ਬਾਪੂ, ਇਹੀ ਤਾਂ ਹੈ ਵਿਸ਼ਵ, ਪਿੰਡ, ਸਾਇੰਸ, ਟੈਕਨੋਲੋਜੀ, ਤਰੱਕੀ, ਬਿਜ਼ਨਸ। ਉਹ ਭੋਲਾ ਹੈ ਬਾਪੂ, ਤੈਨੂੰ ਇਹ ਗੱਲਾਂ ਨਹੀਂ ਸਮਝ ਆਣੀਆਂ ਹੱਲੇ। ਚੱਲ ਕੋਈ ਨਾ, ਇਹ ਹਾਈ ਲੈਵਲ ਦੀਆਂ ਗੱਲਾਂ ਨੇ, ਤੇਰੇ ਪੇਟੇ ਨਹੀਂ ਪੈਣੀਆਂ। ਜਨਾਬ ਉਸ ਦੀਆਂ ਇਸ ਗੱਲਾਂ ਨੇ ਮੇਰੇ ਤਾਂ ਸਾਰੇ ਪੁੱਤਰ ਹੀ ਹਿਲਾ ਕੇ ਰੱਖ ਦਿੱਤੇ ਸੀ। ਇੰਜ ਕਹਿ ਲੋ, ਮੇਰਾ ਤਾਂ ਉਹਨੇ ਲੱਕ ਹੀ ਤੋੜ ਦਿੱਤਾ ਸੀ ਜਨਾਬ। ਪਰ ਗਲਤੀ ਮੇਰੀ ਵੀ ਹੈ ਕਿਤੇ ਨਾ ਕਿਤੇ। ਉਹ ਕਹਿੰਦੇ ਨੇ ਨਾ, ਜਦ ਪਿਓ ਪੁੱਤ ਇਕੱਠੇ ਗਲਾਸੀ ਖੜਕਾਉਣ ਲੱਗ ਪੈਣ ਤਾਂ ਔਲਾਦ ਬੱਸੋਂ ਬਾਹਰ ਹੋ ਜਾਇਆ ਕਰਦੀ ਹੈ। ਬਸ ਬਿੰਦੂ ਵੀ ਮੇਰੇ ਬੱਸੋਂ ਬਾਹਰ ਹੋ ਚੁੱਕਾ ਸੀ ਜਨਾਬ। ਹੈਰਾਨੀ ਤਾਂ ਮੈਨੂੰ ਉਸ ਦਿਨ ਹੋਈ ਜਦੋਂ ਇੱਕ ਦਿਨ ਮੈਂ ਸ਼ਹਿਰ ਤੋਂ ਮੁੜ ਰਿਹਾ ਸੀ ਤਾਂ ਮੈਂ ਕੀ ਵੇਖਿਆ, ਉਸੇ ਅੰਬਾਂ ਵਾਲੇ ਬਾਗ ਵਿੱਚ ਕਿਤੇ ਮਿੱਟੀ, ਕਿਤੇ ਸੀਮੈਂਟ, ਕਿਤੇ ਇੱਟਾਂ ਦੇ ਵੱਡੇ ਵੱਡੇ ਢੇਰ ਲੱਗੇ ਪਏ ਸੀ। ਫਿਰ ਮੈਨੂੰ ਸਮਝ ਆਇਆ ਜਨਾਬ,
ਉਸ ਦਿਨ ਬਿੰਦੂ ਕਚਹਿਰੀ ਮੈਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਸਤੇ ਨਹੀਂ ਸੀ ਲੈ ਕੇ ਗਿਆ, ਸਗੋਂ ਮੇਰੀ ਜ਼ਮੀਨ ਵੇਚਣ ਲਈ ਗਿਆ ਸੀ। ਜਨਾਬ, ਜਦ ਮੈਂ ਉਹਨਾਂ ਬਾਊਆਂ ਕੋਲ ਪੁੱਛਿਆ, ਉਹਨਾਂ ਪਤਾ ਕੀ ਕਿਹਾ ਕਿ ਸਰਦਾਰਾ, ਓਏ ਤੇਰੀ ਜ਼ਮੀਨ ਵਿਕ ਚੁੱਕੀ ਹੈ, ਤੇਰੀ ਜ਼ਮੀਨ ਵਿਕ ਚੁੱਕੀ ਹੈ। ਜਨਾਬ, ਮੇਰੀਆਂ ਅੱਖਾਂ ਅੱਗੇ ਤਾਂ ਜਿਵੇਂ ਹਨੇਰਾ ਛਾ ਗਿਆ ਸੀ। ਮੈਂ ਮਸਾਂ ਇੱਕ ਡੋਲੇ ਖਾਦਾ, ਕੰਧਾਂ ਨੂੰ ਫੜਦਾ, ਜਦ ਘਰੇ ਪਹੁੰਚਿਆ ਤਾਂ ਸਾਹਮਣੇ ਬਿੰਦੂ ਬੈਠਾ ਸੀ ਤੇ ਮੇਰੇ ਸਿਰ ਦੀ ਹੱਥ ਮਾਰ ਰਹੀ। ਓਏ ਆ ਕੀ ਕੀਤਾ ਤੂੰ ਕੰਜਰਾ? ਓਏ ਮੇਰੇ ਤੋਂ ਬਿਨਾਂ ਪੁੱਛੇ ਮੇਰੀ ਜ਼ਮੀਨ ਵੇਚਦੀ। ਕਦੋਂ ਤੋਂ ਤੈਨੂੰ ਨਜ਼ਰ ਆ ਰਹੀ ਸੀ ਉਹ ਨਵੇਂ ਯੁੱਗ ਦੀ ਹੱਟੀ? ਦੱਸ ਕਦੋਂ ਤੋਂ? ਮੈਨੂੰ ਤਾਂ ਤੂੰ ਕੰਨੋਂ ਕੰਨ ਖਬਰ ਵੀ ਨਹੀਂ ਹੋਣ ਦਿੱਤੀ। ਉਹ ਦੇਖ ਬਾਪੂ, ਇਹ ਪਾ ਹੋਰ ਕਿਤੇ ਨਹੀਂ ਸੀ ਮਿਲਣਾ। ਉਹ ਨਾਲੇ ਕੁਝ ਵਿਗਾੜਿਆ ਤਾਂ ਨਹੀਂ ਨਾ ਮੈਂ। ਉਹ ਨਾਲੇ ਸ਼ਾਪਿੰਗ ਮਾਲ ਵਾਲੇ ਨੌਕਰੀ ਵੀ ਦੇ ਰਹੇ ਨੇ ਮੈਨੂੰ। ਉਹ ਨਾਲੇ ਖੇਤੀ ਵਿੱਚੋਂ ਉਹ ਮਿਲਦਾ ਕੀ ਹੈ? ਉਹ ਮੈਂ ਵੀ ਤਰੱਕੀ ਕਰਨਾ ਚਾਹਨਾ, ਉਹ ਮੈਂ ਵੀ ਅੱਗੇ ਵਧਣਾ ਚਾਹਨਾ। ਓਏ ਭੁੱਖਾ ਤੇ ਨਹੀਂ ਸੀ ਮਰਦਾ ਤੂੰ। ਉਹ ਢਿੱਡ ਭਰ ਕੇ ਪੈਰ ਤੇ ਹੱਥ ਫੇਰਨਾ ਹੀ ਜ਼ਿੰਦਗੀ ਨਹੀਂ ਹੁੰਦੀ ਬਾਪੂ। ਉਹ ਜੀਣ ਲਈ ਬਹੁਤ ਕੁਝ ਕਰਨਾ ਪੈਂਦਾ, ਉਹ ਬਹੁਤ ਸੰਘਰਸ਼ ਕਰਨਾ ਪੈਂਦਾ। ਤੇ ਮੈਂ ਵੀ ਕੁਝ ਕਰਨਾ ਚਾਹਨਾ। ਉਹ ਮੈਂ ਤੈਨੂੰ ਕੁਝ ਕਰਕੇ ਦਿਖਾਉਂ ਬਾਪੂ, ਕੁਝ ਕਰਕੇ ਦਿਖਾਉਂ। ਓਏ ਛਿੱਕੂ ਕਰਨਾ ਤੂੰ ਹੁਣ। ਓਏ ਕਰਨ ਵੇਲੇ ਤਾਂ ਤੇਥੋਂ ਕੁਝ ਹੋਇਆ ਨਹੀਂ, ਹੁਣ ਕੀ ਤੂੰ ਲੱਲਰ ਲਾ ਲੇਗਾ? ਓ ਜਾ, ਦਫਾ ਹੋ ਜਾ ਇੱਥੋਂ, ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਜਨਾਬ, ਬਿੰਦੂ ਨੇ ਤਾਂ ਸਭ ਕੁਝ ਖਤਮ ਕਰ ਦਿੱਤਾ ਸੀ, ਸਭ ਕੁਝ ਖਤਮ। ਹੁਣ ਮੈਨੂੰ ਤਾਂ ਫਿਕਰ ਆਪਣੇ ਉਹ 2 ਕਿੱਲਿਆਂ ਦੀ ਸੀ ਜਿਹੜੇ ਮੇਰੇ ਕੋਲ ਸੀ। ਇਸੇ ਲਈ ਮੈਂ ਉਹਨਾਂ ਕਿੱਲਿਆਂ ਤੇ ਜੂਸ ਦੀ ਰੇਹੜੀ ਲਾ ਲਈ। ਸੜਕ ਵਗਦੀ ਸੀ, ਬਹੁਤ ਸੋਹਣਾ ਕੰਮ ਚੱਲਿਆ। ਪਰ ਬਿੱਦੂ ਕੋਲ ਇਹ ਵੀ ਹਜਮ ਨਹੀਂ ਹੋਇਆ ਤੇ ਆ ਗਿਆ ਮੇਰੇ ਕੋਲ। ਉਹ ਬਾਪੂ, ਇਹ ਕੀ ਕੁੱਤਖਾਨਾ ਛੇੜ ਲਿਆ ਤੂੰ? ਉਹ ਬੰਦ ਕਰ ਦੇ ਮਿਹਰਬਾਨੀ ਕਰਕੇ। ਉਹ ਬਾਲ ਵਾਲੇ ਇਤਰਾਜ਼ ਕਰਦੇ, ਉਹ ਪਰ ਤੋਂ ਪੈਂਦਾ ਗਾਕੀ ਤੇ। ਉਹ ਅੰਦਰ ਵੀ ਰੱਖੀ ਦਾ ਜੂਸ, ਉਹ ਸ਼ੁੱਧ ਇੱਕਦਮ 100% ਵਧੀਆ। ਤੇ ਨਾਲੇ ਆਹ ਕੀ ਕਾਣੇ ਗੰਨੇ ਪੀੜ ਪਿਆਈ ਜਾਂਦਾ ਲੋਕਾਂ ਨੂੰ, ਉਹ ਬਿਮਾਰ ਕਰਨਾ ਲੋਕਾਂ ਨੂੰ। ਓਏ ਟੇਕਾ ਮਿਲਦਾ ਸ਼ੁੱਧ ਜੂਸ। ਓਏ ਹੋਰ ਨਾ ਕੁਛ ਕਿਤੇ, ਲੋਕੀ ਮੁੜ ਤੋਂ ਹੀ ਬੇਲਾਂ ਗੇੜਦੇ ਆਏ ਨੇ ਤੇ ਹੁਣ ਵੀ ਬੇਲਾਂ ਹੀ ਗੇੜਨਗੇ। ਓ ਜਾ, ਮੈਂ ਨਹੀਂ ਡਰਦਾ ਤੁਹਾਡੇ ਤੋਂ। ਠੱਗ ਨਾ ਹੋਣ ਤਾਂ। ਉਹ ਬਾਪੂ, ਉਹ ਵਾਸਤਾ ਹੀ ਹੱਥ ਜੋੜਦਾ ਤੇਰੇ ਅੱਗੇ। ਉਹ 2 ਫੁਲਕੇ ਖਾਣਿਆ ਘਰੇ ਖਾ ਲਿਆ ਕਰੀ ਤੇ ਵਾਹਿਗੁਰੂ ਦਾ ਨਾਮ ਜਪ। ਉਹ ਖੈੜਾ ਛੱਡ, ਮੇਰਾ ਘਰੇ ਬਹਿ ਜਾ। ਉਹ ਬੰਦ ਕਰ ਦੇ ਇਹਨੂੰ। ਵਾਹ, ਬੜਾ ਸਾਊ ਪੋਤਾ ਤੂੰ। ਓਏ ਲਾਲਿਓ, ਜਿਹੜਾ ਟਾਂਗਾ ਲਾਉਣਾ ਮੈਂ ਨਹੀਂ ਬੰਦ ਕਰਦਾ। ਨਾ ਮੈਂ ਡਰਾਂ ਤੇਥੋਂ ਤੇ ਨਾ ਡਰਾਂ ਤੇਰੇ ਬਾਊਆਂ ਤੋਂ। ਸਾਲੇ ਠੱਗ ਨਾ ਹੋਣ ਤਾਂ। ਠੱਗ ਕਿਸੇ ਥਾਂ ਦੇ। ਜਨਾਬ, ਠੱਗ ਨਾ ਅੱਖਾਂ ਤੱਕ ਕੀ ਅੱਖਾਂ। ਸਾਰਾ ਦਿਨ ਉਹਨਾਂ ਬਾਊਆਂ ਪਿੱਛੇ ਪੂਛ ਹਿਲਾਉਂਦਾ ਫਿਰੂਗਾ। ਹੋਏ ਤੇ ਡੱਬੂ ਕੁੱਤੇ ਤੋਂ ਵੀ ਗਿਆ ਗੁਜ਼ਰਿਆ। ਡੱਬੂ ਕੁੱਤੇ ਤੋਂ ਯਾਦ ਆਇਆ ਜਨਾਬ, ਇੱਕ ਦਿਨ ਜਦ ਮੈਂ ਸ਼ਹਿਰੋਂ ਘਰੇ ਮੁੜਿਆ ਤਾਂ ਮੈਂ ਆਪਣੇ ਕਮਰੇ ਵਿੱਚ ਰੋਟੀ ਖਾਣ ਬੈਠ ਗਿਆ। ਤੇ ਮੇਰੀ ਆਦਤ ਹੈ ਜਨਾਬ, ਮੈਨੂੰ ਜਦ ਵੀ ਕੋਈ ਬਾਹਰੋਂ ਆਵਾਜ਼ ਮਾਰਦਾ ਤਾਂ ਮੈਂ ਰੋਟੀ ਛੱਡ ਕੇ ਉਸ ਦੀ ਗੱਲ ਸੁਣਨ ਚਲਾ ਜਾਂਦਾ। ਤੇ ਉਸੇ ਦਿਨ ਵੀ ਬਿਲਕੁਲ ਏਦਾਂ ਹੋਇਆ। ਕਿਸੇ ਨੇ ਮੈਨੂੰ ਆਵਾਜ਼ ਮਾਰੀ ਤੇ ਮੈਂ ਆਪਣੀ ਰੋਟੀ ਰੱਖ ਕੇ ਬਾਹਰ ਚਲਾ ਗਿਆ। ਤੇ ਜਦ ਮੈਂ 10 ਮਿੰਟਾਂ ਬਾਅਦ ਬਾਹਰੋਂ ਮੁੜਿਆ ਤਾਂ ਮੈਂ ਦੇਖਿਆ ਜਨਾਬ, ਮੇਰੀ ਉਹ ਰੋਟੀ
ਉਹ ਡੱਬੂ ਕੁੱਤੇ ਨੇ ਖਾ ਲਈ ਸੀ ਤੇ 10 ਮਿੰਟਾਂ ਬਾਅਦ ਹੀ ਉਸਦੇ ਮੂੰਹ ਚੋਂ ਝੱਗ ਨਿਕਲਣ ਲੱਗ ਪਈ ਸੀ। ਜਨਾਬ ਇਹ ਸਭ ਵੇਖ ਕੇ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਮੈਂ ਚੱਕਿਆ ਆਪਦਾ ਬਿਸਤਰਾ ਬੁਸਤਰਾ ਤੇ ਸਭ ਤੋਂ ਪਹਿਲਾਂ ਗਿਆ ਆਪਣੀ ਧੀ ਕੋਲ ਤੇ ਫਿਰ ਹੁਣ ਤੁਹਾਡੇ ਕੋਲ ਆਇਆ ਜਨਾਬ। ਮੇਰਾ ਪੁੱਤ ਮੇਰਾ ਹੀ ਕਤਲ ਕਰਨ ਨੂੰ ਫਿਰਦਾ ਜਨਾਬ। ਕਿਹੋ ਜਿਹਾ ਜਨਾਬ ਜ਼ਮਾਨਾ ਆ ਗਿਆ ਜਨਾਬ। ਹੁਣ ਉਹ ਮੇਰੇ 2 ਕਿੱਲੇ ਵੀ ਨੱਪਣ ਨੂੰ ਫਿਰਦਾ ਜਿਹੜੇ ਮੈਂ ਉਸਦੇ ਨਾਮ ਨਹੀਂ ਲਵਾਏ, ਪਰ ਉਹ ਚਾਹੁੰਦਾ ਕਿ ਉਹ ਵੀ ਮੇਰੇ ਨਾਮ ਲੱਗ ਜਾਣ। ਮੈਨੂੰ ਮਾਰ ਕੇ ਮੇਰਾ ਅੰਗੂਠਾ ਲਵਾਉਣਾ ਚਾਹੁੰਦਾ। ਅੰਗੂਠਾ ਚਾਹੇ ਮਰੇ ਦਾ ਲੱਗੇ ਚਾਹੇ ਜਿਉਂਦੇ ਦਾ, ਬਸ ਅੰਗੂਠਾ ਲੱਗਣਾ ਚਾਹੀਦਾ ਜਨਾਬ। ਓਏ ਜਦ ਤੱਕ ਬੰਦਾ ਮਸ਼ੀਨ ਨਹੀਂ ਬਣਦਾ ਤਦ ਤੱਕ ਇਹਨਾਂ ਦੀ ਦਾਲ ਨਹੀਂ ਗਲਦੀ। ਓਏ ਰੱਬ ਦਾ ਵਾਸਤਾ ਹੀ ਓਏ ਬੰਦੇ ਨੂੰ ਬੰਦਾ ਰਹਿਣ ਦਿਓ, ਮਸ਼ੀਨਾਂ ਨਾ ਬਣਾਓ। ਕਿਹੋ ਜਿਹਾ ਜ਼ਮਾਨਾ ਆ ਗਿਆ ਜਨਾਬ। ਅੱਜ ਕੱਲ ਸਰਵਨ ਪੁੱਤਰਾਂ ਦੀ ਪਨੀਰੀ ਕਿਉਂ ਨਹੀਂ ਲੱਗਦੀ। ਓਏ ਜਨਾਬ ਤੁਸੀਂ ਲਿਖੋ ਨਾ ਮੇਰੀ ਰਪਟ, ਤੁਸੀਂ ਕਿਉਂ ਨਹੀਂ ਲਿਖਦੇ? ਓਏ ਲੋਕੋ ਕੌਣ ਹੈ ਇਹਨਾਂ ਨੂੰ ਮੇਰੀ ਰਪਟ ਲਿਖਣ? ਮੇਰੀ ਰਪਟ ਕਿਉਂ ਨਹੀਂ ਲਿਖਦੇ? ਮੇਰੀ ਰਪਟ ਕਿਉਂ ਨਹੀਂ ਲਿਖਦੇ? ਹਾਂ ਤਾਂ ਪਿਆਰੇ ਦਰਸ਼ਕੋ, ਹੁਣੇ ਤੁਸੀਂ ਨਟਰੰਗ ਅਬੋਹਰ ਦੀ ਔਰ ਭੁਪਿੰਦਰ ਤ੍ਰਿਜਾ ਜਗਦੀਪ ਜੀ ਜਿਹੜੇ ਇਹ ਨਾਟਕ ਹੈ ਇਹ ਇੱਕ ਕਹਾਣੀ ਸਿਮਰਨ ਧਾਲੀਵਾਲ ਜੀ ਦੀ ਬਹੁਤ ਹੀ ਪਿਆਰੀ ਕਹਾਣੀ ਹੈ ਤੇ ਅੱਜ ਦੇ ਇਸ ਸੰਦਰਭ ਦੇ ਵਿੱਚ ਬਹੁਤ ਫਿੱਟ ਬੈਠਦੀ ਹੈ। ਜਦੋਂ ਸਾਡੇ ਰਿਸ਼ਤੇ ਮਰ ਰਹੇ ਨੇ, ਸਾਡੇ ਲਈ ਅਹਿਮੀਅਤ ਨਹੀਂ ਰਹੀ ਹੈ ਨਾ ਰਿਸ਼ਤਿਆਂ ਦੀ। ਪਿਓ ਤੇ ਪੁੱਤ ਦੇ ਵਿਚਕਾਰ ਜੋ ਹੈ ਮਰ ਰਹੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ। ਇਸ ਕਹਾਣੀ ਦੇ ਰਾਹੀਂ ਇੱਕ ਸੁਨੇਹਾ ਹੈ ਤੇ ਇਸ ਕਹਾਣੀ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ। ਬਹੁਤ ਪਿਆਰਾ ਰਾਈਟਰ ਹੈ ਸਿਮਰਨ ਧਾਲੀਵਾਲ ਜੋ ਕਹਾਣੀ ਲਿਖਦਾ ਹੈ ਤੇ ਕਹਾਣੀ ਦੇ ਰੰਗਮੰਚ ਦਾ ਜਿਹੜਾ ਤਜਰਬਾ ਅਬੋਹਰ ਜੋ ਅਸੀਂ ਕੀਤਾ ਹੈਗਾ, ਮੈਨੂੰ ਇਹ ਲੱਗਦਾ ਹੈ ਬਹੁਤ ਵਧੀਆ ਤਜਰਬਾ ਹੈ ਤੇ ਆਉਣ ਵਾਲੇ ਕੱਲ ਦੇ ਵਿੱਚ ਅਸੀਂ ਫੁੱਲ ਲੈਂਥ ਪਲੇ ਦੇ ਤੌਰ ਤੇ ਵੀ ਪ੍ਰੈਜ਼ੈਂਟ ਕਰ ਸਕਦੇ ਹਾਂ, ਦਿਖਾ ਸਕਦੇ ਹਾਂ। ਜਦੋਂ ਲਾਈਵ ਸੈਟ ਹੋਏਗਾ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਨੇ। ਜਿੱਥੋਂ ਤੱਕ
ਅਦਰਵਾਈਜ਼ ਅਸੀਂ ਗੱਲ ਕਰੀਏ, ਕਿਉਂਕਿ ਅਬੋਹਰ ਦੇ ਰੰਗਕਰ ਵੀ ਉਹ ਸਮਰਪਿਤ ਨੇ, ਡੈਡੀਕੇਟਿਡ ਨੇ, ਇੱਕ ਕੁਆਲਿਟੀ ਥੀਏਟਰ ਅਬੋਹਰ ਦੇ ਵਿੱਚ ਹੁੰਦਾ ਹੈਗਾ। ਤੇ ਜਿੱਥੋਂ ਤੱਕ ਬਰਨਾਲੇ ਦੀ ਗੱਲ ਹੈ, ਬਰਨਾਲਾ ਸਾਡੇ ਅਬੋਹਰ ਵਾਲਿਆਂ ਵਾਸਤੇ ਇੱਕ ਮੱਕਾ ਹੈ, ਤੇ ਅਸੀਂ ਬਰਨਾਲੇ ਜਾ ਕੇ ਹਰ ਵਾਰੀ ਕੋਈ ਨਾ ਕੋਈ ਨਾਟਕ ਸਟੇਜ ਤੇ ਉੱਤੇ ਪ੍ਰੈਜ਼ੈਂਟ ਕਰਦੇ ਆ, ਤੇ ਉਸ ਨਾਟਕ ਦੇ ਨਾਲ ਨੁੱਕੜ ਨਾਟਕ ਦੇ ਵਾਸਤੇ ਨਵੇਂ ਜਿਹੜੇ ਬੱਚੇ ਤਿਆਰ ਹੁੰਦੇ ਨੇ। ਬਹੁਤ ਸਾਰੇ ਜਿਹੜੇ ਬੱਚੇ ਨੇ ਇਸ ਨੂੰ ਇੱਕ ਸੀੜੀ ਬਣਾ ਕੇ ਪੌੜੀ ਬਣਾ ਕੇ ਫਿਲਮਾਂ ਵਾਲੇ ਪਾਸੇ ਵੀ ਜਾ ਰਹੇ ਨੇ। ਤਾਂ ਅਬੋਹਰ ਦੇ ਵਿੱਚ ਬਹੁਤ ਸਾਰੇ ਸ਼ਾਰਟ ਮੂਵੀਜ਼ ਬਣਦੀਆਂ ਨੇ। ਅਬੋਹਰ ਦੇ ਬਹੁਤ ਸਾਰੇ ਜਿਹੜੇ ਸਾਡੇ ਥੀਏਟਰ ਆਰਟਿਸਟ ਨੇ ਫਿਲਮਾਂ ਵਿੱਚ ਕੰਮ ਕਰ ਰਹੇ ਨੇ, ਕਿਉਂਕਿ ਇੱਥੇ ਥੀਏਟਰ ਦੀ ਪਨੀਰੀ ਹੈ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀਗੇ ਨਾਟਕ ਦੇ ਵਿੱਚ ਵੀ ਸਰਵਣ ਪੁੱਤਰਾਂ ਦੀ ਪਨੀਰੀ ਕਿਉਂ ਨਹੀਂ ਪੈਦਾ ਹੁੰਦੀ, ਲੇਕਿਨ ਅਬੋਹਰ ਦੇ ਵਿੱਚ ਥੀਏਟਰ ਆਰਟਿਸਟਾਂ ਦੀ ਪਨੀਰੀ ਪੈਦਾ ਹੋ ਰਹੀ ਹੈ, ਤੇ ਉਹ ਕੋਸ਼ਿਸ਼ ਅਬੋਹਰ ਦੇ ਸਾਰੇ ਥੀਏਟਰਿਸਟ ਕਰ ਰਹੇ ਨੇ, ਲਗਾਤਾਰ ਕਰ ਰਹੇ। ਹਾਂਜੀ, ਬਹੁਤ ਹੀ ਹਾਂਜੀ ਹਾਂਜੀ। ਤਾਂ ਸੋ ਅਬੋਹਰ ਦੇ ਵਿੱਚ ਜਿਹੜੀ ਥੀਏਟਰ ਆਰਟਿਸਟ ਬਹੁਤ ਡੈਡੀਕੇਸ਼ਨ ਨਾਲ ਲੱਗੇ ਨੇ। ਬਹੁਤ ਸਾਰੇ ਮੇਰੇ ਸਾਥੀ ਨੇ ਜੋ ਕੰਮ ਕਰਦੇ ਨੇ, ਇੱਕ ਕੁਆਲਿਟੀ ਗੁਣਵੱਤਾ ਵਾਲਾ ਜਿਹੜਾ ਹੈਗਾ ਥੀਏਟਰ ਹੋ ਰਿਹਾ ਹੈ। ਥਿੰਕ ਕਰਦੇ ਨੇ, ਫਿਰ ਪ੍ਰੈਜ਼ੈਂਟ ਕਰਦੇ ਨੇ। ਇੱਕ ਦੌਰ ਸੀ ਅਬੋਹਰ ਦੇ ਵਿੱਚ, ਇੱਕ ਦੌਰ ਸੀਗਾ ਵੀ ਜਦੋਂ 300 400 ਸ਼ੋ ਹੁੰਦੇ ਸੀਗੇ, ਤੇ ਹੁਣ ਜਿਹੜਾ ਹੈਗਾ ਥੋੜਾ ਸ਼ੋਜ਼ ਕੰਪੈਰੀਟਿਵਲੀ ਘਟੇ ਨੇ, ਪਰ ਕੰਮ ਨਹੀਂ ਰੁਕਿਆ, ਕੰਮ ਲਗਾਤਾਰ ਅਬੋਹਰ ਦੇ ਵਿੱਚ ਹੋ ਰਿਹਾ ਹੈ ਜੀ। ਬਹੁਤ ਖੂਬਸੂਰਤ ਗੱਲ ਹੈ ਅਤਰੇਜਾ ਜੀ। ਇਹ ਕੰਮ ਹੋਣਾ ਚਾਹੀਦਾ, ਔਰ ਇਹ ਕੰਮ ਹੋਣ ਦੇ ਵਿੱਚ ਹੀ ਰੰਗਮੰਚ ਦੀ ਜਿਹੜੀ ਖਸਲਤ ਹੈ, ਵਿਸ਼ੇਸ਼ਤਾ। ਅਤਰੇਜਾ ਜੀ, ਬਹੁਤ ਸਾਰੇ ਲੋਕਾਂ ਨੇ ਤੁਹਾਡੀ ਪੇਸ਼ਕਾਰੀ ਤੋਂ ਬਾਅਦ ਬੜੇ ਖੂਬਸੂਰਤ ਕਮੈਂਟ ਕੀਤੇ ਆ। ਕੁਲਦੀਪ ਸਿੰਘ ਜੀ, ਤਨੂ ਮਨਚੰਦਾ, ਹਰਵਿੰਦਰ ਕੌਰ ਬਬਲੀ ਸਾਡੇ ਆਰਟਿਸਟ ਨੇ, ਹਨਾ। ਵਰਿਆਮ ਮਸਤ ਜੀ ਸਾਡੇ ਨਾਟਕਕਾਰ, ਬੈਸਟ ਆਫ ਲੱਕ ਕਿਹਾ ਉਹਨਾਂ ਨੇ। ਮੰਗਤ ਵਰਮਾ ਰਾਮ, ਕੁਲਬੀਰ ਮਲਕ, ਡਾਕਟਰ ਕੁਲਬੀਰ ਮਲਕ ਨਾਟਕਕਾਰ ਸਾਡੇ, ਜਤਨ ਰਹੇ ਜਸਵੰਤ ਕਾਲੋ, ਚੰਦਰਦੀਪ, ਬੌਬੀ ਸੰਧਾ, ਮੰਗਤ ਵਰਮਾ ਰਾਮ, ਸੰਦੀਪ ਵਰਮਾ, ਸਤਨਾਮ ਰੰਧਾਵਾ, ਰਜਨੀ ਸ਼ਰਮਾ, ਬਲਜੀਤ ਸਿੰਘ ਮੋਗਾ, ਬਲਵਿੰਦਰ ਸਿੰਘ ਬਰਾੜ, ਕਪਿਲ ਉਤਰੇਜਾ, ਵੈਭਵ ਅਗਰਵਾਲ, ਸੁਖਦੇਵ ਭੋਲਾ, ਵਰਿਆਮ ਮਸਤ, ਬਹੁਤ ਖੂਬਸੂਰਤ ਪੇਸ਼ਕਾਰੀ ਮਸਤ ਹੋਰਾਂ ਨੇ ਕਿਹਾ। ਨਿਰਭੈ ਧਾਲੀਵਾਲ, ਮੰਗਤ ਵਰਮਾ, ਵਿਸ਼ਨੂੰ ਨਾਰਾਇਣ, ਸੁਖਵਿੰਦਰ। ਇੰਨਾ ਪਿਆਰ ਤੁਸੀਂ ਖੱਟੀ ਬੈਠੇ ਹੋ ਤਰੇਜਾ ਜੀ, ਮੈਂ ਤਾਂ ਨਾ ਬੋਲਦੇ ਥੱਕ ਗਿਆ ਸਾਰਾ ਰੂਬਰੂ। ਇਹ ਨਾ ਪੜ੍ਹਦੇ ਲੰਘ ਜਾਣਾ ਮੇਰਾ ਤਾਂ। ਅੱਜ ਇੰਨੇ ਜ਼ਿਆਦਾ ਕਮੈਂਟ, ਇੰਨੇ ਮਤਲਬ ਬਲਕਾਰ ਸਿੱਧੂ ਜੀ ਕਹਿ ਰਹੇ ਨੇ ਚੰਡੀਗੜ੍ਹ ਤੋਂ, ਬਹੁਤ ਖੂਬਸੂਰਤ ਪੇਸ਼ਕਾਰੀ ਤਰੇਜਾ ਜੀ, ਢੇਰ ਸਾਰੀਆਂ ਮੁਬਾਰਕਾਂ। ਤੁਹਾਡੇ ਟੱਬਰ ਵੱਲੋਂ, ਪਰਿਵਾਰ ਵੱਲੋਂ ਵੀ ਵਧਾਈਆਂ ਆ ਰਹੀਆਂ। ਅੰਕਿਤ ਹੋਰੀ, ਹਨਾ, ਕਪਿਲ ਤਰੇਜਾ, ਹਨੀ ਬਹੁਤ ਵਧੀਆ। ਖੈਰ, ਬੜੀ ਹੀ ਖੂਬਸੂਰਤ ਲੋਕਾਂ ਨੇ ਪ੍ਰਸ਼ੰਸਾ ਕੀਤੀ ਇਸ ਉਦਮ ਦੀ। ਤਰੇਜਾ ਜੀ, ਆਪਾਂ ਹੁਣ ਇੱਕ ਦੋ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਆਪਣੇ ਇਸ ਅੱਜ ਜਿਹੜੇ ਫੈਸਟੀਵਲ ਦੀ ਸਮਾਪਤੀ ਵੱਲ ਵਧਾਂਗੇ। ਜੇ ਮੈਂ ਕਹਾਂ ਵੀ ਜਿਹੜਾ ਅਬੋਹਰ ਦਾ ਰੰਗਮੰਚ ਆ, ਉਸ ਨੂੰ ਤੁਸੀਂ ਬਾਕੀ ਪੰਜਾਬ ਦੇ ਰੰਗਮੰਚ ਦੇ ਪ੍ਰਤੀਕ ਵਿੱਚ, ਜਾਂ ਉਸਦੇ ਸਮਵਿੱਥ, ਜਾਂ ਉਸਦੇ ਸੰਦਰਭ ਵਿੱਚ ਕਿਵੇਂ ਸੋਚਦੇ ਹੋ ਵੀ ਤੁਸੀਂ ਕਿੱਥੇ ਕਿਤੇ ਖੜੇ ਹੋ? ਬਾਕੀ ਪੰਜਾਬ ਦਾ ਰੰਗਮੰਚ ਤੇ ਅਬੋਹਰ ਦਾ ਰੰਗਮੰਚ ਕੀ ਸਾਰਾ ਸਿਮਿਲਰ ਹੈ, ਜਾਂ ਕਿਸੇ ਲੈਵਲ ਤੇ ਕੁਝ ਵੱਖਰਾ ਵੀ ਹੈ, ਡਿਫਰ ਕਰਦਾ? ਥੋੜਾ ਜਿਹਾ ਇਸ ਚੀਜ਼ ਤੇ ਤੁਸੀਂ ਸਾਡੇ ਨਾਲ ਦੋ ਸ਼ਬਦ ਦੇ ਕਰੋ। ਜ਼ਰੂਰ ਜੀ। ਕਿਉਂਕਿ ਇਹ ਇੱਕ ਸਮਾਂ ਸੀਗਾ ਜਦੋਂ ਇਹ ਕਹਿੰਦਾ ਸੀ ਕਿ A, B ਤੇ C, ਯਾਨੀ ਕਿ A ਤੋਂ ਮਤਲਬ ਅੰਮ੍ਰਿਤਸਰ, ਅਬੋਹਰ, B ਤੋਂ ਬਠਿੰਡਾ, ਐਂਡ ਦੈਨ C ਤੋਂ ਚੰਡੀਗੜ੍ਹ, ਵੀ 3 ਜਗ੍ਹਾ ਥੀਏਟਰ ਹੋ ਰਿਹਾ ਹੈਗਾ। ਤਾਂ ਇਹਨਾਂ 3 ਜਗ੍ਹਾ ਦੇ ਥੀਏਟਰ ਹੋ ਰਹੇ ਸੀ, ਲੇਕਿਨ ਹੁਣ ਜਿਹੜਾ ਹੈ ਵਕਤ ਨੇ ਥੋੜਾ ਜਿਹਾ ਰੋਕ ਪਾਈਏ, ਲੇਕਿਨ ਫਿਰ ਵੀ ਅਬੋਹਰ ਦਾ ਜਿਹੜਾ ਥੀਏਟਰ ਹੈ ਉਹ ਇੱਕ ਬਹੁਤ ਵਧੀਆ ਥੀਏਟਰ ਹੋ ਰਿਹਾ। ਥਿੰਕ ਕਰਦੇ ਆ ਤਾਂ ਅਸੀਂ ਪ੍ਰੈਜ਼ੈਂਟ ਕਰਦੇ ਆ। ਬਹੁਤ ਸਾਰੀ ਸਟੋਰੀਜ਼ ਦੇ ਉੱਤੇ, ਬਹੁਤ ਸਾਰੇ ਨਾਟਕਾਂ ਦੇ ਡਿਸਕਸ਼ਨ ਤੋਂ ਬਾਅਦ ਇਹਦੀ ਪੇਸ਼ਕਾਰੀ ਹੁੰਦੀ ਹੈ, ਤੇ ਸਾਨੂੰ ਇਹ ਲੱਗਦਾ ਹੈ ਵੀ ਅਸੀਂ ਜੋ ਹੈ ਅਬੋਹਰ ਦੇ ਲੋਕਾਂ ਨੇ ਟੇਸਟ ਡਿਵੈਲਪ ਕੀਤਾ ਹੈ। ਥੀਏਟਰ ਵਾਸਤੇ ਲੋਕ ਟਿਕਟ ਲੈ ਕੇ ਵੀ ਆਉਂਦੇ ਰਹੇ ਨੇ, ਤੇ ਆਉਣ ਵਾਲੇ ਕੱਲ ਦੇ ਵਿੱਚ ਬਹੁਤ ਵਧੀਆ ਸੰਭਾਵਨਾਵਾਂ ਨੇ ਵੀ ਆਉਣ ਵਾਲਾ ਅਬੋਹਰ ਦਾ ਥੀਏਟਰ ਬਹੁਤ ਪ੍ਰਫੁੱਲਿਤ ਹੋਏਗਾ। ਤੇ ਮੈਨੂੰ ਉਮੀਦ ਹੈ ਤੁਹਾਡੇ ਸਾਰਿਆਂ ਦਾ ਸਾਥ ਰਿਹਾ ਤਾਂ ਇਹ ਚੀਜ਼ ਚੱਲਦੀ ਰਹੇਗੀ। ਤੇ ਮੈਨੂੰ ਫਿਰ ਤੋਂ ਮੈਂ ਦੁਬਾਰੇ ਗੁਰਿੰਦਰ ਸਿੰਘ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦਿਆਂ, ਜਿਹਨੇ ਸਾਨੂੰ ਇੱਕ ਰੱਖੀ ਹੋਈ ਸਟੋਰੀ ਨੂੰ ਦੁਬਾਰੇ ਕਰਨ ਵਾਸਤੇ ਪ੍ਰੇਰਿਤ ਕੀਤਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ ਗੁਰਵਿੰਦਰ ਸਰ ਦੀ, ਤੇ ਸਾਰੀ ਟੀਮ ਜੋ ਇਹਨਾਂ ਦੇ ਨਾਲ ਕੰਮ ਕਰ ਰਹੀ ਹੈ। ਤੇ ਲਗਾਤਾਰ ਸਰ ਇਸ ਪ੍ਰਯਤਨ ਨੂੰ ਜਾਰੀ ਰੱਖੋ ਜੀ, ਲਗਾਤਾਰ ਆਪਾਂ ਇਹ ਕੰਮ ਕਰਦੇ ਰਹੀਏ, ਅਸੀਂ ਹਮੇਸ਼ਾ ਤੁਹਾਡੇ ਨਾਲ ਆ ਜੀ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਹਜੇ ਤੁਹਾਨੂੰ ਤ੍ਰੇਜਾ ਜੀ ਧੰਨਵਾਦ ਕਰ ਨਹੀਂ ਦੇਣਾ, ਤੁਹਾਡਾ ਅਸੀਂ ਲਾਹਾ ਲੈਣਾ, ਹਜੇ ਟਾਈਮ ਪਿਆ ਸਾਡੇ ਕੋਲੇ। ਹਾਂਜੀ ਤੇ ਹਾਂਜੀ ਤੁਹਾਨੂੰ ਹਾਂਜੀ ਪਤਾ ਵੀ ਰੰਗ ਕਰਮੀਆਂ ਲਈ ਇੱਕ ਇੱਕ ਮਿੰਟ ਵੀ ਬਹੁਤ ਹੁੰਦਾ ਹੈ ਨਾ, ਜੀ ਜੀ। ਟਾਈਮ ਓਵਰ ਵੀ ਨਹੀਂ ਹੋਣ ਦਿੰਦੇ ਅਸੀਂ, ਸਕਿੰਟਾਂ ਦੇ ਵਿੱਚ ਪ੍ਰੋਡਕਸ਼ਨ ਜਾਂਦੀ ਹੁੰਦੀ ਹੈ ਆਪਣੀ। ਉਸੇ ਤਰੀਕੇ ਨਾਲ ਜਗਜੀਤ ਹਾਂਜੀ। ਸਰੀਨ ਹੋਰੀ ਜੀ, ਉਹਨਾਂ ਨੇ ਵਧਾਈਆਂ ਦਿੱਤੀਆਂ, ਬਹੁਤ ਖੂਬਸੂਰਤ ਪੇਸ਼ਕਾਰੀ, ਕਹਿੰਦੇ ਜੇ ਕਿਤੇ ਮੰਚ ਤੇ ਲਾਈਵ ਪੇਸ਼ਕਾਰੀ ਹੋਵੇ ਜਦੋਂ, ਬੜੀ ਕਮਾਲ ਦੀ ਹੋਊਗੀ। ਸੰਦੀਪ ਵਰਮਾ ਜੀ ਨੇ ਮਿਊਜ਼ਿਕ ਦੀ ਬਹੁਤ ਤਾਰੀਫ ਕੀਤੀ ਆ। ਹਾਂਜੀ ਸਾਥੀਓ, ਮੈਂ ਦੱਸ ਦੇਣਾ ਚਾਹੁੰਦਾ ਕਿ ਭੁਪਿੰਦਰ ਤ੍ਰੇਜਾ ਜੀ ਇੱਕ ਮੁਕੰਮਲ ਰੰਗਕਰਮੀ ਨੇ, ਇਹ ਨਿਰਦੇਸ਼ਕ ਵੀ ਨੇ, ਐਕਟਰ ਵੀ ਨੇ, ਔਰ ਇਹ ਰਾਈਟਰ ਵੀ ਨੇ। ਇਹਨਾਂ ਨੇ ਖੁਦ ਕਈ ਸੋਲੋ ਪਲੇ ਲਿਖੇ ਨੇ, ਜਿਨ੍ਹਾਂ ਦੇ ਵਿੱਚੋਂ ਇਹਨਾਂ ਦੇ ਸੋਲੋ ਪ੍ਰੋਡਕਸ਼ਨ ਸੀ ਜਿਹੜੀਆਂ, ਠਹਿਰੋ ਥੋੜੀ ਦੇਰ ਕੇ लिए, ਸੰਤਾਪ, ਇੱਕ ਰੰਗਕਰਮੀ ਦੀ ਡਾਇਰੀ, ਔਰ ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਇੰਤਜ਼ਾਰ, ਯੁੱਧ ਤੇ ਬੁੱਧ, ਅਧੂਰਾ ਰੰਗਕਰਮੀ, ਇਹ ਸਾਰੇ ਨਾਟਕ ਹੋਏ। ਬਤੌਰ ਐਕਟਰ ਬਥੇਰੇ ਨਾਟਕ ਕੀਤੇ, ਔਰ ਸਭ ਤੋਂ ਵੱਡੀ ਗੱਲ, ਪ੍ਰਬੰਧਕ ਵੀ ਬਹੁਤ ਅੱਛੇ ਨੇ, ਸਾਰੇ ਕੰਮ ਥੱਲੋਂ ਤੋਂ ਲੈ ਕੇ ਉੱਤੋਂ ਤੱਕ ਹੀ ਬੜੇ ਵਧੀਆ ਢੰਗ ਨਾਲ ਕਰਨੇ ਹੁੰਦੇ ਆ। ਬਸ ਭੁਪਿੰਦਰ ਤ੍ਰੇਜਾ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਇੱਕ ਵਾਰੀ ਕਰ ਲਓ, ਫਿਰ ਮੈਂ ਅੱਗੇ ਚਲਾਉਂਦਾ ਬਸ ਗੱਲ। ਮੈਂ ਇਹੀ ਕਹਿਣਾ ਹੈ, ਮੇਰੇ ਸਾਥੀ ਨੇ, ਟੀਮ ਹੈਗੀ ਹੈ ਜਿਹਦੇ ਨਾਲ ਕਰ ਰਹੇ, ਤੇ ਮੈਨੂੰ ਮੇਰੇ ਤੇ ਬਲਾਈਂਡ ਫੇਥ ਕਰਦੇ ਨੇ ਵੀ ਹਾਂ ਤੂੰ ਕੋਈ ਚੱਕ ਲੈ ਪ੍ਰੋਜੈਕਟ, ਤਾਂ ਉਸ ਦੇ ਉੱਤੇ ਮੇਰੇ ਨਾਲ ਸਾਥੀ ਦੇ ਨਾਲ ਖੜੇ ਹੁੰਦੇ ਨੇ, ਤੇ ਜਦੋਂ ਲੋੜ ਹੁੰਦੀ ਤੇ ਮੈਂ ਸਾਥੀਆਂ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ। ਬਹੁਤ ਖੂਬਸੂਰਤ ਗੱਲ ਹੈ ਜੀ। ਔਰ ਤ੍ਰੇਜਾ ਜੀ, ਹਮੇਸ਼ਾ ਸੁਸਾਇਟੀ 'ਚ ਇੱਕ ਰਹਿੰਦਾ ਹੈ ਸਵਾਲ, ਇੱਕ ਪਾਸੇ ਮੀਡੀਆ ਹੈ, ਦੂਜੇ ਪਾਸੇ ਰੰਗਮੰਚ ਹੈ। ਤੁਹਾਨੂੰ ਕੀ ਲੱਗਦਾ ਵੀ ਰੰਗਮੰਚ ਦੀ ਸਮਾਜ ਦੇ ਵਿੱਚ ਕਿੱਡੀ ਕੁ ਭੂਮਿਕਾ, ਔਰ ਮੀਡੀਆ ਦੀਆਂ ਵਕਾਰਾਂ ਦੇ ਸਾਹਮਣੇ ਕਿੱਥੋਂ ਤੱਕ ਖੜਦਾ ਰੰਗਮੰਚ, ਔਰ ਕਿਸ ਤਰ੍ਹਾਂ ਦੀ ਇਹ ਆਪਣਾ ਜਿਹੜਾ ਯੋਗਦਾਨ ਹੈ ਸਮਾਜ ਦੇ ਵਿੱਚ ਪਾ ਰਿਹਾ? ਕਿਸ ਤਰ੍ਹਾਂ ਦਾ ਵਿਜ਼ਨ ਆ ਤੁਹਾਡਾ ਇਸ ਮਸਲੇ ਤੇ? ਮੇਰਾ ਵਿਜ਼ਨ ਹੈ ਵੀ ਇਹ ਜਿਹੜਾ ਥੀਏਟਰ ਹੈਗਾ ਉਹ ਸੁਸਾਇਟੀ ਦੇ ਲਈ ਹੋਣਾ ਚਾਹੀਦਾ ਹੈ, ਥੀਏਟਰ ਫਾਰ ਸੁਸਾਇਟੀ ਹੈ। ਤੇ ਅਸੀਂ ਬਹੁਤ ਸਾਰੇ ਨੁੱਕੜ ਨਾਟਕ ਜਿਹੜੇ ਕੀਤੇ ਨੇ, ਉਹ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਕੀਤੇ ਨੇ, ਜਿਹਦੇ 'ਚ ਸਾਡਾ ਇੱਕ ਨਵੀਂ ਸ਼ੁਰੂਆਤ ਨਾਟਕ ਹੈ, ਜਿਸ ਦੇ 1000 ਤੋਂ ਵੱਧ ਪ੍ਰੋਡਕਸ਼ਨਸ ਹੋਈਆਂ। ਅਸੀਂ ਸੋਚਦੇ ਹਾਂ ਸਮਾਜ ਦੇ ਕੁਝ ਲੋਕਾਂ ਨੂੰ ਅਸੀਂ ਜਾਗਰੂਕ ਕਰਕੇ ਸਮਾਜ 'ਚ ਬਦਲਾਅ ਲਿਆਉਣ ਦੀ ਇੱਕ ਪ੍ਰਕਿਰਿਆ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ, ਕੋਈ ਹਿੱਸਾ ਪਾ ਸਕਦੇ ਹੈਗੇ ਆ। ਤੇ ਇੱਕ ਪਰਸਨੈਲਿਟੀ ਡਿਵੈਲਪਮੈਂਟ, ਸ਼ਖਸੀਅਤ ਨਿਖਾਰਨ ਦੇ ਵਿੱਚ ਵੀ ਰੰਗਮੰਚ ਦਾ ਵੱਡਾ ਰੋਲ ਹੈ ਜੋ ਅਸੀਂ ਅਦਾ ਕਰ ਰਹੇ ਹਾਂ। ਹਾਲਾਂਕਿ ਪ੍ਰਯਤਨ ਥੋੜੇ ਨੇ, ਪਰ ਫਿਰ ਵੀ ਜਿੰਨਾ ਵੀ ਕੁਝ ਕਰ ਰਹੇ ਆ ਵਧੀਆ ਆਪਦੇ ਵੱਲੋਂ ਕਰ ਰਹੇ ਆ, ਪੈਸ਼ਨ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ, ਡੈਡੀਕੇਸ਼ਨ ਨਾਲ, ਸਮਰਪਣ ਭਾਵ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹੀ ਅਬੋਹਰ ਦੇ ਰੰਗਕਰਮੀਆਂ ਦੀ ਇੱਕ ਖਾਸੀਅਤ ਕਹੀ ਜਾਂਦੀ ਹੈ ਜੀ, ਇਹ ਸਾਡੇ ਵੱਲੋਂ। ਬਹੁਤ ਖੂਬਸੂਰਤ। ਸਾਥੀਓ, ਭੁਪਿੰਦਰ ਤ੍ਰੇਜਾ ਜੀ ਬਤੌਰ ਅਧਿਆਪਕ ਵੀ ਸਿੱਖਿਆ ਵਿਭਾਗ 'ਚ ਕੰਮ ਕਰ ਰਹੇ ਨੇ, ਔਰ ਬਤੌਰ ਇਹ ਅੰਗਰੇਜ਼ੀ ਲੈਕਚਰਰ ਅਬੋਹਰ ਦੇ ਵਿੱਚ ਕੰਮ ਕਰ ਰਹੇ ਨੇ। ਪੰਜਾਬੀ 'ਚ ਰੰਗਮੰਚ ਕਰਦੇ ਨੇ ਤੇ ਅੰਗਰੇਜ਼ੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ। ਤ੍ਰੇਜਾ ਜੀ, ਸਕੂਲਾਂ ਦੇ ਪੱਖ ਤੋਂ ਤੁਸੀਂ ਕੀ ਸਕੂਲ ਦੇ ਵਿੱਚ ਕਦੇ ਰੰਗਮੰਚ ਵਿਦਿਆਰਥੀਆਂ ਨੂੰ ਕਰਵਾਏ ਨਾਟਕ? ਕਿਸ ਤਰ੍ਹਾਂ ਦੇ ਅਨੁਭਵ ਤੁਹਾਡੇ ਰਹੇ ਸਕੂਲੀ ਜੀਵਨ 'ਚ, ਜੇ ਕਰਵਾਏ, ਜਾਂ ਲੱਗਦਾ ਵੀ ਸਕੂਲਾਂ ਦੇ ਵਿੱਚ ਰੰਗਮੰਚ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਕੀ ਸੰਭਾਵਨਾਵਾਂ ਨੇ, ਸਮੁੱਚੇ ਰੂਪ ਵਿੱਚ ਕਿਸ ਤਰ੍ਹਾਂ ਦੇ ਅਨੁਭਵ ਨੇ ਤੁਹਾਡੇ ਸਕੂਲੀ ਸਿੱਖਿਆ ਦੇ ਸੰਬੰਧ 'ਚ? ਦੇਖੋ, ਬਸ ਉਹੀ ਗੱਲ ਹੈ ਜੀ, ਜੇ ਤੁਸੀਂ ਬੱਚੇ ਬਹੁਤ ਕੁਝ ਕਰ ਸਕਦੇ ਨੇ, ਬੱਚਿਆਂ ਜਿਵੇਂ ਸਾਡੇ ਸਕੂਲ ਦੇ ਵਿੱਚ, ਮੈਂ ਆਪਦੇ ਸਕੂਲ ਦੇ ਸਕੂਲ ਝੁੰਡਗੜਾ 'ਚ ਕੰਮ ਕਰਦਾ, ਉੱਥੋਂ ਦੇ ਬੱਚਿਆਂ ਨੇ 2-3 ਸਾਡੇ ਨਾਟਕ ਕੀਤੇ ਨੇ। ਇੱਕ ਤਾਂ ਚੰਦ ਮਾਮਾ ਬੇਲੀ ਤਾਰੇ, ਚੰਦ ਜੋ ਰੋਟੀ ਲੱਗਦਾ ਹੈ, ਇਹ ਸਾਰੇ ਨਾਟਕ ਪ੍ਰੈਜ਼ੈਂਟ ਕੀਤੇ। ਲੇਕਿਨ ਜੋ ਪੇਂਡੂ ਪੱਧਰ ਜੋ ਸਮੱਸਿਆਵਾਂ ਨੇ, ਤੇ ਡਿਪਾਰਟਮੈਂਟ ਥੋੜਾ ਜਿਹਾ ਹੋਰ ਸਪੋਰਟ ਕਰੇ, ਤਾਂ ਮੈਨੂੰ ਲੱਗਦਾ ਹੈ ਯਕੀਨੀ ਤੌਰ ਤੇ ਇਹ ਅੱਗੇ ਹੋਰ ਵੱਧ ਸਕਦਾ ਹੈ। ਤੇ ਇੱਕ ਇੱਥੇ ਸਰ ਗੱਲ ਐਡ ਕਰਨਾ ਚਾਹੂੰਗਾ, ਵਰਕਸ਼ਾਪ ਵਾਲੀ ਜਿਹੜੀ ਗੱਲ ਅਸੀਂ ਕਰਦੇ ਹਾਂ, ਆਪਦੇ ਦਮ ਤੇ ਕਰਦੇ ਹਾਂ, ਨਟਵਰ ਅਬੋਹਰ ਕਰਦਾ ਹੈ, ਤੇ ਜੇ ਡਿਪਾਰਟਮੈਂਟ ਇਸ ਤਰ੍ਹਾਂ ਦੀ ਵਰਕਸ਼ਾਪ ਆਰਗੇਨਾਈਜ਼ ਕਰਨੀ ਸ਼ੁਰੂ ਕਰ ਦੇਵੇ, ਤਾਂ ਬਹੁਤ ਸਾਰੀਆਂ ਜਿਹੜੀ ਹੈਗਾ ਥੀਏਟਰ ਪ੍ਰੋਡਕਸ਼ਨ ਨਿਕਲਣ, ਬੱਚਿਆਂ ਵਿੱਚ ਥੀਏਟਰ ਇੰਜੈਕਟ ਹੋਏਗਾ, ਤੇ ਉਹਦੇ ਨਾਲ ਜਿਹੜਾ ਹੈਗਾ ਆਉਣ ਵਾਲੇ ਕੱਲ ਦੇ ਵਿੱਚ ਬਹੁਤ ਸਾਰੇ ਰੰਗਕਰਮੀ ਪੈਦਾ ਹੋਣਗੇ, ਤੇ ਰੰਗਕਰਮੀ ਜਦੋਂ ਆਪਣਾ ਪੇਸ਼ਾ ਬਣਾ ਲੈਣਗੇ ਤਾਂ ਹੋਰ ਵਧੀਆ ਹੋਏਗਾ। ਐਗਜ਼ਾਮਪਲ ਦੇ ਤੌਰ ਤੇ ਸਾਡੇ ਇੱਕ ਮੇਰੇ ਸਾਥੀ ਜਿਹੜੇ ਮੇਰੇ ਨਾਲ ਨਾਟਕ ਕਰਦੇ ਨੇ, ਅੰਬਰਦੀਪ ਸਿੰਘ, ਮੈਂ ਉਹਨਾਂ ਦਾ ਨਾਂ ਲੈਣਾ ਵੀ ਚਾਹਾਂਗਾ। ਅੰਬਰਦੀਪ ਸਿੰਘ ਸਾਡਾ ਨਾਟਕ ਕਰਦੇ, ਅੱਜ ਬਹੁਤ ਸਾਰੀਆਂ ਫਿਲਮਾਂ ਦਾ ਡਾਇਰੈਕਸ਼ਨ, ਐਕਟਿੰਗ ਤੇ ਨਾਲ ਨਾਲ ਰਾਈਟਿੰਗ ਕਰ ਰਹੇ ਨੇ। ਤਾਂ ਸੋ ਉਹ ਇਸ ਤਰ੍ਹਾਂ ਨਿਕਲੇ ਜੀ, ਥੀਏਟਰ ਤੋਂ ਨਿਕਲੇ। ਮੇਰਾ ਖਿਆਲ ਅੰਬਰਦੀਪ ਰੱਬ ਦਾ ਰੇਡੀਓ ਫਿਲਮ ਦੇ ਨਾਲ ਜੁੜੇ ਰਹੇ ਐਜ਼ ਏ ਡਾਇਰੈਕਟਰ। ਲਾਹੌਰੀਏ, ਇਸ ਤੋਂ ਇਲਾਵਾ ਅੰਗਰੇਜ਼, ਤੇ ਬਹੁਤ ਸਾਰੀਆਂ ਹੋਰ ਫਿਲਮਾਂ ਇਹਨਾਂ ਦੇ ਆ ਰਹੀਆਂ ਨੇ। ਜੋੜੀ ਫਿਲਮ ਉਹਨਾਂ ਦੀ ਨਵੀਂ ਆ ਰਹੀ ਹੈ, ਤਾਂ ਉਸ ਵਾਸਤੇ ਦਲਜੀਤ ਦੋਸਾਂਝ ਨਾਲ
ਮਤਲਬ ਇੱਕ ਵੱਡਾ ਨਾਮ ਅਬੋਹਰ ਤੋਂ ਜੇ ਉੱਭਰ ਕੇ ਆਇਆ ਤਾਂ ਅੰਬਰਦੀਪ ਦਾ ਆਇਆ, ਤੇ ਸਾਨੂੰ ਇਹ ਵਧੀਆ ਗੱਲ ਲੱਗਦੀ ਵੀ ਸਾਡੇ ਨਾਲ ਉਹ ਨਾਟਕ ਕਰਦਾ ਕਰਦਾ ਉੱਥੇ ਤੱਕ ਪਹੁੰਚਿਆ, ਤਾਂ ਇਹ ਸਾਡੇ ਲਈ ਅੱਛਾ ਲੱਗਦਾ ਹੈ। ਤੇ ਇੱਕ ਬਹੁਤ ਖੁਸ਼ ਬਹੁਤ ਅੱਛੀ ਗੱਲ, ਅੰਬਰਦੀਪ ਬਹੁਤ ਅੱਛਾ ਕੰਮ ਕਰ ਰਹੇ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ। ਕੁਝ ਹੋਰ ਦੋਸਤਾਂ ਨੇ ਪ੍ਰੇਜ਼ ਕੀਤੀ ਆ। ਵੀਨਾ ਅਰੋੜਾ ਸਾਡੇ ਰਿਸਰਚ ਸਕਾਲਰ ਨੇ ਜਲੰਧਰ ਤੋਂ, ਪ੍ਰੋਫੈਸਰ ਵੀਨਾ ਅਰੋੜਾ ਜੀ, ਉਹਨਾਂ ਨੇ ਸਵਾਲ ਪੁੱਛਿਆ ਵੀ ਮਾਝੇ ਤੇ ਮਾਲਵੇ ਦੇ ਰੰਗਮੰਚ ਵਿੱਚ ਕੀ ਫਰਕ ਆ। ਵੈਸੇ ਤਾਂ ਮੈਂ ਵੀਨਾ ਜੀ ਨਾਲ ਪਹਿਲਾਂ ਚਰਚਾ ਹੋ ਚੁੱਕੀ ਹੈ, ਮੈਂ ਵੀ ਜਵਾਬ ਦੇ ਸਕਦਾ, ਪਰ ਇਹ ਚਾਹੁੰਦੇ ਵੀ ਸਰ ਨੂੰ ਸਵਾਲ ਪੁੱਛਣਾ ਵੀ ਮਾਝੇ ਤੇ ਮਾਲਵੇ ਦੇ ਰੰਗਮੰਚ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ। ਇਹ ਕੁੜੀ ਆਪਣੀ ਵੀਨਾ ਅਰੋੜਾ ਰਿਸਰਚ ਸਕਾਲਰ, ਤੁਸੀਂ ਅਤਰੇਜਾ ਜੀ ਹਾਂਜੀ ਇਹਦੇ ਬਾਰੇ ਗੱਲ ਕਰੋ। ਜਿਸ ਤੱਕ ਮਾਝੇ ਤੇ ਮਾਲਵੇ ਦੀ ਗੱਲ ਹੈ, ਮੈਂ ਉਨੀ ਡੀਪਲੀ ਸਟੱਡੀ ਨਹੀਂ ਕੀਤੀ, ਪਰ ਲੇਕਿਨ ਫਿਰ ਵੀ ਅਸੀਂ ਕਹਾਂਗੇ ਵੀ ਇੱਥੋਂ ਦਾ ਜਿਹੜਾ ਰੰਗਮੰਚ ਹੈ, ਮਾਲਵੇ ਦਾ ਰੰਗਮੰਚ ਹੈ, ਉਹ ਰਿਲੈਸਟਿਕ ਬਹੁਤ ਜ਼ਿਆਦਾ ਹੁੰਦਾ ਹੈਗਾ, ਤੇ ਅਸੀਂ ਤਾਮਝਾਮ ਵੀ ਬਹੁਤ ਜ਼ਿਆਦਾ ਕਰਦੇ ਹਾਂ, ਜਿਵੇਂ ਯਾਨੀ ਕਿ ਸੈੱਟ ਲਗਾ ਲਿਆ, ਡਰੈਸਿਸ, ਮਿਊਜ਼ਿਕ, ਇਹ ਸਾਰਾ ਕੁਝ ਅਸੀਂ ਕਰਦੇ ਹਾਂ। ਤੇ ਸ਼ਾਇਦ ਕਿਤੇ ਕਿਤੇ ਹੋ ਸਕਦਾ ਹੈ ਉਸ ਤਰ੍ਹਾਂ ਦੀ ਸਾਨੂੰ ਆਪਦੇ ਥੀਏਟਰ ਦਾ, ਮਾਲਵੇ ਦੇ ਥੀਏਟਰ ਦਾ ਜ਼ਿਆਦਾ ਪਤਾ ਹੈ, ਅਸੀਂ ਉਸ ਦੀ ਗੱਲ ਜ਼ਿਆਦਾ ਕਰਾਂਗੇ। ਬਾਕੀ ਠੀਕ ਹੈ ਜੀ, ਸਹੀ ਆ ਤੁਹਾਡੀ ਗੱਲ, ਰਿਅਲਿਸਟਿਕ ਥੀਏਟਰ ਜ਼ਿਆਦਾ, ਪਰ ਇਹਦੇ ਨਾ ਜਿਹੜੇ ਸੀ ਵੀਨਾ ਜੀ, ਤੁਸੀਂ ਆਪਦੀ ਰਿਸਰਚ ਜਦੋਂ ਕਿਤੇ ਗੱਲ ਕਰੋਗੇ ਜ਼ਰੂਰ ਕੋਰ ਕਢਾਇਆ ਜੋ। ਜਿਹੜਾ ਲਾਹੌਰ ਤੇ ਅੰਮ੍ਰਿਤਸਰ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਰਿਹਾ, ਉੱਥੇ ਇਹ ਇਬਾਦਤ ਸਾਹਿਤਕ ਹਲਕੇ ਹੋਣ ਕਰਕੇ ਉੱਥੋਂ ਦਾ ਜਿਹੜਾ ਨਾਟਕ ਆ ਜਾਂ ਸਾਹਿਤ ਉਹ ਜ਼ਿਆਦਾ ਕਲਾਸਿਕ ਰੰਗਤ ਵਾਲਾ। ਸਾਡਾ ਇੱਧਰਲਾ ਮਾਲਵਾ ਇਲਾਕਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਇਹ ਸਾਰਾ ਠੇਠ ਆ। ਇੱਥੇ ਹਮੇਸ਼ਾ ਹੀ ਮਤਲਬ ਕਈ ਤਰ੍ਹਾਂ ਦੀਆਂ ਜਿਹੜੀਆਂ ਭੌਤਿਕ ਸਮੱਸਿਆਵਾਂ ਦੇ ਨਾਲ ਇਹ ਜੂਝਦਾ ਰਿਹਾ, ਤੇ ਉਸ ਤਰ੍ਹਾਂ ਦੇ ਰੰਗਮੰਚ ਦਾ ਸਾਡੇ ਸੁਭਾਵਾਂ 'ਚ ਫਰਕ ਹੈ, ਰੰਗਮੰਚ ਵੀ ਪ੍ਰਭਾਵ ਹੈ। ਇਹ ਕਾਰਨ ਨੇ, ਹੋਰ ਬੜੇ ਕਾਰਨ ਨੇ, ਤੁਸੀਂ ਜਦੋਂ ਮਰਜ਼ੀ ਡਿਟੇਲ 'ਚ ਇਹਨਾਂ ਨੂੰ ਪੁੱਛ ਸਕਦੇ ਹੋ। ਸੋ ਸਾਥੀਓ, ਆਓ ਅੱਜ ਆਪਾਂ ਹੁਣ ਚਰਚਾ ਹੋ ਗਈ, ਕੋਈ ਹੋਰ ਕਿਸੇ ਸਾਥੀ ਦਾ ਮੈਂ ਅਤਰੇਜਾ ਜੀ ਸਵਾਲ ਪੁੱਛ ਦੇਖ ਲਾਂ, ਕੋਈ ਹੋਵੇ ਨਾ। ਮੇਰੇ ਖਿਆਲ ਕੋਈ ਹੋਰ ਸਵਾਲ ਨਹੀਂ, ਸਾਰਿਆਂ ਨੇ ਵਧਾਈਆਂ ਦਿੱਤੀਆਂ, ਬਹੁਤ ਜ਼ਿਆਦਾ ਕਮੈਂਟ ਆਏ ਆ, ਮੁਬਾਰਕਾਂ ਤੁਹਾਨੂੰ। ਔਰ ਕੋਈ ਆਖਰੀ ਸੁਨੇਹਾ ਸਾਡੇ ਰੰਗ ਕਰਮੀਆਂ ਨੂੰ, ਸਾਡੇ ਪੰਜਾਬੀਆਂ ਲਈ, ਕਿਸੇ ਤਰ੍ਹਾਂ ਦੀ ਕੋਈ ਆਪਦੇ ਮਨ ਦੀ ਗੱਲ, ਮਨ ਕੀ ਬਾਤ ਨਹੀਂ, ਮਨ ਦੀ ਗੱਲ ਜੇ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਜ਼ਰੂਰ ਕਰੋ ਸਾਡੇ ਨਾਲ। ਅਤਰੇਜਾ ਜੀ, ਹੁਣ ਤੁਹਾਡੇ ਕੋਲੇ ਖੁੱਲਾ ਮਾਈਕ ਆ, ਤੁਸੀਂ 2 ਮਿੰਟ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਹੋ। ਸਰ ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਉਣ ਵਾਲੇ ਅਸੀਂ ਥੀਏਟਰ ਤੇ, ਮੇਰੀ ਉਮਰ ਕਰੀਬ 53 ਸਾਲ ਹੋ ਗਈ ਹੈ, ਤਾਂ ਮੈਂ ਚਾਹਨਾ ਵੀ ਇਹ ਥੀਏਟਰ ਮੇਰੇ ਤੱਕ ਨਾ ਸੀਮਤ ਰਵੇ, ਹੋਰ ਮੇਰੇ ਸਾਥੀ ਤੱਕ ਪਹੁੰਚੇ, ਉਹਦੇ ਅਸੀਂ ਲਗਾਤਾਰ ਯਤਨ ਕਰੀਏ। ਸਾਰੇ ਪੁਰਾਣੇ ਸਾਥੀ ਮਿਲ ਕੇ ਵਰਕਸ਼ਾਪਾਂ ਲਈ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਆਪਦੇ ਵੱਲੋਂ ਜੋ ਕੁਝ ਸਾਡੇ ਕੋਲ ਹੈਗਾ ਉਹ ਅਗਲੀ ਜਨਰੇਸ਼ਨ ਨੂੰ ਦਿੰਦੇ ਰਹੀਏ, ਤੇ ਉਹਦੇ ਵਾਸਤੇ ਪ੍ਰਯਤਨ ਜਿਹੜੇ ਜਾਰੀ ਰਹਿਣ, ਤੇ ਥੀਏਟਰ ਇੱਕ ਸਮਝ ਵਾਲਾ ਥੀਏਟਰ ਪੈਦਾ ਕੀਤਾ ਜਾਵੇ। ਤੇ ਪਹਿਲਾਂ ਵੀ ਜੋ ਗੱਲ ਕੀਤੀ ਮੈਂ, ਥੀਏਟਰ ਫਾਰ ਸੁਸਾਇਟੀ ਹੋਣਾ ਚਾਹੀਦਾ ਹੈ, ਸਮਾਜ ਲਈ, ਸਮਾਜ ਨੂੰ ਜਾਗਰੂਕ ਕਰਨ ਲਈ ਥੀਏਟਰ ਹੋਣਾ ਚਾਹੀਦਾ ਹੈ, ਤੇ ਉਸ ਦੇ ਲਈ ਮੈਂ ਇਹੀ ਚਾਹੁੰਦਾ ਵੀ ਸਾਰੇ ਤਾਂ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਧੰਨਵਾਦ ਗੁਰਿੰਦਰ ਸਰ ਦਾ, ਧੰਨਵਾਦ ਸਾਰੀ ਜਿਹੜੀ ਹੋਮੀਅਨਸ ਦੀ ਟੀਮ ਜਿਹੜੀ ਹੈਗੀ ਉਸ ਕੰਮ ਕਰ ਰਹੀ, ਉਸ ਦਾ ਧੰਨਵਾਦ ਜੀ, ਤੇ ਇਸੇ ਤਰ੍ਹਾਂ ਅਸੀਂ ਮਿਲਦੇ ਰਹਾਂਗੇ ਜੀ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ ਅਤਰੇਜਾ ਜੀ। ਜਿਹੜਾ ਵਰਚੁਅਲ ਮੰਚ ਅਸੀਂ ਸਿਰਜਿਆ, ਵੀ ਮੰਚ ਦੇ ਰਾਹੀਂ ਟੈਕਨੀਕ ਦੇ ਸਹਾਰੇ ਜਿਹੜਾ ਤੁਹਾਡੇ ਨਾਲ ਜੁੜੇ ਹੋਏ, ਅੱਜ ਉਹ 12ਵਾਂ ਦਿਨ ਸੀ, ਔਰ ਇਹ ਕਾਰਵਾਂ ਸਾਡਾ ਅੱਗੇ ਵੀ ਚੱਲਦਾ ਰਹੂਗਾ। ਕੱਲ੍ਹ ਕਿਸੇ ਇੱਕ ਹੋਰ ਨਵੀਂ ਸ਼ਖਸੀਅਤ ਨਾਲ ਜੁੜਾਂਗੇ, ਉਹਨਾਂ ਦੇ ਸੁਨਹਿਰੇ ਬੋਲ ਸੁਣਾਂਗੇ, ਔਰ ਇੱਕ ਰੰਗ ਕਰਮੀ ਹੋਣਗੇ ਸਾਡੇ ਦਰਮਿਆਨ, ਉਹਨਾਂ ਦੀ ਪੇਸ਼ਕਾਰੀ ਹੋਊਗੀ, ਚਰਚਾ ਹੋਊਗੀ। ਸੋ ਸਾਥੀਓ, ਜੁੜੇ ਰਹਿਣਾ। ਦਿਨ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ, ਔਰ ਅਸੀਂ ਫਿਰ ਇਸ ਸੰਕਟ 'ਚੋਂ ਬਾਹਰ ਆਵਾਂਗੇ, ਫਿਰ ਉਸੇ ਤਰੀਕੇ ਨਾਲ ਰੰਗਮੰਚ ਦੀ ਜਿਹੜੀ ਜ਼ਿੰਦਾ ਕਲਾ ਹੈਗੀ ਆ ਰੰਗਮੰਚ, ਉਸ ਨੂੰ ਅਸੀਂ ਉਸ ਰੂਪ ਵਿੱਚ ਫਿਰ ਮੁੜਾਂਗੇ। ਸੋ ਮੇਰੇ ਖਿਆਲ 'ਚ ਹੁਣ ਆਪਾਂ ਸਮਾਪਤੀ ਵੱਲ ਚੱਲਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ। ਬੇਸਮਝ ਉਮਰ ਦੇ ਮੋੜ ਉੱਤੇ ਬੜੇ ਤਲਖ ਸਵਾਲ ਲੈ ਕੇ ਆਈ ਜ਼ਿੰਦਗੀ, ਅਲੜੀ ਉਮਰਾਂ ਤਲਖ ਸੁਨੇ, ਅਲੜੀ ਉਮਰਾਂ ਤਲਖ ਸੁਨੇ ਨੇ, ਨੇਰੇ ਰਾਹਾਂ ਵਿੱਚ ਜਿੰਨਾ ਭਟਕਾਈ ਜ਼ਿੰਦਗੀ,
बेसमझ उम्र दे मोड़ उत्ते बड़े तलख सवाल लेके आई जिंदगी अलड़ी उमरा तलख सुने अलड़ी उमरा तलख सुने अलड़ी उमरा तलख सुने